ਬੱਬੂ ਮਾਨ ਸਾਹਿਬ ਦੇ ਸ਼ੋਅ ਜਿਹੜੇ ਆ ਉਹ ਹੋ ਰਹੇ ਨੇ, ਕੈਨੇਡਾ ਦੇ ਵਿੱਚ ਹੋ ਕੇ ਆਏ ਨੇ ਤੇ ਹੁਣ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਣ ਜਾ ਰਹੇ ਨੇ। ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਇੱਥੋਂ ਪ੍ਰਮੋਟਰ ਜਿਹੜੇ ਹੈਗੇ ਨੇ ਮੇਨ ਰਮਨ ਸਿੱਧੂ ਸਾਹਿਬ ਤੇ ਨਾਲ ਬੇਕਰ ਸਟਰੀਟ ਦੇ ਪ੍ਰਮੋਟਰ ਤੋਂ ਜਿਹੜੇ ਪ੍ਰਮੋਟਰ ਆਏ ਨੇ ਫਰੈਜ਼ਨੋ ਤੋਂ ਸਾਰੇ ਇੱਥੇ ਹੈਗੇ ਨੇ ਤੇ ਨਾਲ ਕੁਝ ਪਤਵੰਤ ਤੇ ਸਚਿਨ ਵੀ ਸਾਡੇ ਨਾਲ ਹੈਗੇ ਨੇ। ਸੋ ਮੈਂ ਬੱਬੂ ਮਾਨ ਜੀ ਵੀ ਇੱਥੇ ਪਹੁੰਚੇ ਹੋਏ ਨੇ, ਖਾਸ ਤੌਰ ਤੇ ਸਾਡੇ ਦਰਸ਼ਕ ਦੇਖ ਸਕਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਇਹ ਹੁੰਦਾ ਕਿ ਵੀਜ਼ੇ ਲੱਗੇ ਕਿ ਨਹੀਂ ਲੱਗੇ। ਸੋ ਮੈਂ ਗੱਲ ਕਰਦਾ ਜੀ ਰਮਨ ਸਿੱਧੂ ਜੀ, ਤੁਸੀਂ ਜਾਣਕਾਰੀ ਸ਼ੁਰੂ ਕਰ ਦਿਓ, ਉਸ ਤੋਂ ਬਾਅਦ ਪ੍ਰਵੀਨ ਉਹਨਾਂ ਨੂੰ ਜਾਣਕਾਰੀ ਦੇ ਕੇ ਤੇ ਫਿਰ ਮਾਨ ਸਾਹਿਬ ਨੂੰ ਅਸੀਂ ਨਾਲ ਸਵਾਲ ਪੁੱਛ ਲਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਆਪਣੇ ਕੈਲੀਫੋਰਨੀਆ ਦੇ ਵਿੱਚ ਸਾਰੇ ਜਿਹੜੇ ਸ਼ੋਅ ਆ ਸ਼ੁਰੂ ਹੋ ਰਿਹਾ ਜੁਲਾਈ 9 ਨੂੰ ਪਹਿਲਾ ਸ਼ੋਅ ਆ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ, ਫਿਰ ਉਸ ਤੋਂ ਬਾਅਦ 15 ਜੁਲਾਈ ਨੂੰ ਰਿਵਰ ਸਾਈਡ ਦੇ ਵਿੱਚ, 16 ਨੂੰ ਬੇ ਏਰੀਆ ਤੇ 23 ਜੁਲਾਈ ਨੂੰ ਫ੍ਰੈਜ਼ਨੋ ਕੈਲੀਫੋਰਨੀਆ ਦੇ ਵਿੱਚ ਹੋਣ ਜਾ ਰਹੇ ਆ। ਸੋ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਹੁੰਚੋ, ਮਾਨ ਸਾਹਿਬ ਸਾਡੇ ਨਾਲ ਨੇ ਤੇ ਸ਼ੋਅ ਆ ਜਿਹੜੇ ਉਹ ਬੜੇ ਵਧੀਆ ਜਾਣੇ ਨੇ, ਸਿਕਿਉਰਿਟੀ ਆ ਜਿਹੜੀ ਉਹ ਪੂਰੇ ਇੰਤਜ਼ਾਮ ਆ। ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਸ਼ੋਆਂ ਦੇ ਵਿੱਚ ਆਓ, ਹਮਾ ਕੇ ਪਹੁੰਚੋ ਜੀ। ਪਹਿਲਾਂ ਅਸੀਂ ਬੇਨਤੀ ਕਰਦੇ ਹਾਂ ਜੀ ਬੇਕਰ ਸਟਰੀਟ ਵਾਲਾ ਸ਼ੋਅ ਪਹਿਲਾਂ ਹਾਂਜੀ, ਤੇ ਬੇਕਰ ਸਟਰੀਟ ਵਾਲੇ ਦੋਸਤ ਮਿੱਤਰ ਜਿਹੜੇ ਆ ਉਹ ਤੁਸੀਂ ਆਪਣੀ ਜਾਣਕਾਰੀ ਦੇ ਦਿਓ। 9 ਜੁਲਾਈ ਨੂੰ ਇੱਥੇ ਸ਼ੋਅ ਜਿਹੜਾ ਹੋ ਰਿਹਾ ਬੇਕਰ ਸਟਰੀਟ ਦੇ ਵਿੱਚ ਕਿੱਥੇ ਹੋ ਰਿਹਾ ਤੇ ਕਿਵੇਂ ਉਹਦਾ ਪ੍ਰੋਸੀਜਰ ਹੈਗਾ, ਟਿਕਟਾਂ ਦਾ ਕੀ ਪ੍ਰੋਸੀਜਰ ਹੈ, ਸਿਕਿਉਰਿਟੀ ਦਾ ਕੀ ਪ੍ਰੋਸੀਜਰ? ਹਾਂਜੀ, ਬੇਕਰਸਫੀਲਡ ਹੋ ਰਿਹਾ ਸ਼ੋਅ ਫੌਕਸ ਥੀਏਟਰ ਤੇ ਟਿਕਟਾਂ ਆਨਲਾਈਨ ਵੀ ਹੈਗੀਆਂ www.thebakersfieldfox.com। ਸੋ ਨਾਨਕ ਸਟੋਰ ਤੇ ਵੀ ਪਈਆਂ ਕੁਛ ਜਿਹਨੇ ਲੈਣੀ ਆ, ਤੇ ਬਾਕੀ ਫੈਮਿਲੀਜ਼ ਲਈ ਸਾਈਡ ਤੇ ਨੇ ਟਿਕਟਾਂ। ਅਸੀਂ ਸੈਪਰੇਟ ਏਰੀਆ ਕੀਤਾ ਵੀ ਫੈਮਿਲੀਜ਼ ਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਫੁੱਲ ਸਿਕਿਉਰਿਟੀ ਆ, ਅਸੀਂ ਐਕਸਟਰਾ ਸਿਕਿਉਰਿਟੀ ਬਾਹਰੋਂ ਲਈ ਆ ਫੈਮਿਲੀਜ਼ ਲਈ। ਸੋ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ, ਤੁਸੀਂ ਦੇਖੋਗੇ ਇਸ ਵਾਰੀ ਸ਼ੋਅ ਸਾਰਾ ਫੁੱਲ ਜਾਊਗਾ ਬੇਕਰਸਫੀਲਡ ਦਾ, ਜਿਹੜਾ ਕਦੇ ਫੁੱਲ ਨਹੀਂ ਹੋਇਆ ਜੀ। ਇਸ ਤੋਂ ਬਾਅਦ ਸ਼ੋਅ ਦੀ ਜਿਹੜੀ ਗੱਲ ਕਰਦੇ ਹੈਗੇ ਆ ਫ੍ਰੈਜ਼ਨੋ ਨਹੀਂ ਬੇ ਏਰੀਆ, ਤੇ ਬੇ ਏਰੀਏ ਤੋਂ ਮਾਨ ਬ੍ਰਦਰਜ਼ ਜਿਹੜੇ ਹੈਗੇ ਨੇ ਉਹ ਪਹੁੰਚੇ ਹੋਏ ਨੇ ਜੀ ਬਕਾਇਦਾ, ਔਰ ਇਹ ਪਹਿਲਾ ਸ਼ੋਅ ਮੇਰੇ ਖਿਆਲ ਕਰਵਾ ਰਹੇ ਨੇ, ਪਰ ਉਤਸ਼ਾਹ ਬਹੁਤ ਜ਼ਿਆਦਾ ਉਤਸ਼ਾਹ ਤੇ ਚਾਹ ਨਾਲ ਬਹੁਤ ਜ਼ਿਆਦਾ ਇਹਨਾਂ ਨੂੰ ਸ਼ੋਅ ਦਾ। ਹਾਂਜੀ, ਤੁਸੀਂ ਜਾਣਕਾਰੀ ਦਿਓ ਜੀ ਬੇ ਏਰੀਏ ਦੇ ਸ਼ੋਅ ਬਾਰੇ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸੋ ਭਾਜੀ ਅਸੀਂ ਸ਼ੋਅ ਹੈਗਾ ਫਸਟ ਟਾਈਮ ਕਰਵਾ ਰਹੇ ਹਾਂ ਉਹਦੇ ਤਾਂ, ਪਰ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਕਿ ਅਸੀਂ ਸਟਾਰਟਿੰਗ ਜਿਹੜੀ ਹੈਗੀ ਬਿਲਕੁਲ ਟੌਪ ਤੋਂ ਕਰ ਰਹੇ ਹਾਂ। ਸੋ ਇਹ ਸਾਡੇ ਲਈ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ ਆ। ਸੋ ਦੂਸਰੀ ਗੱਲ ਜਿਹੜੀ ਅਸੀਂ ਉੱਥੇ ਹੈਗੀ ਸਾਡੀ ਜੋ ਸਾਡੀਆਂ ਸਹੂਲਤਾਂ ਹੈਗੀਆਂ, ਪਾਰਕਿੰਗ ਦਾ ਸਾਡਾ ਪੂਰਾ ਇੰਤਜ਼ਾਮ ਵਧੀਆ ਕੀਤਾ ਹੋਇਆ, ਬਾਕੀ ਟਿਕਟਾਂ ਵਗੈਰਾ ਆਨਲਾਈਨ ਵੀ ਹੈਗੀਆਂ ਵਾ, ਬਾਕਸ ਆਫਿਸ ਦੇ ਉੱਤੇ ਵੀ ਹੈਗੀਆਂ। ਸਿਕਿਉਰਿਟੀ ਦੀ ਕੋਈ ਉੱਥੇ ਹੈ ਨਹੀਂ, ਸਾਨੂੰ ਸਿਕਿਉਰਿਟੀ ਵੀ ਅਸੀਂ ਪੂਰੀ ਐਕਸਟਰਾ ਤੋਂ ਜ਼ਿਆਦਾ ਵੱਧ ਤੋਂ ਵੱਧ ਰੱਖੀ ਹੋਈ ਆ। ਸੋ ਜੋ ਵੀ ਮਤਲਬ ਵਧੀਆ ਤੋਂ ਵਧੀਆ ਜਾਣੀ ਸ਼ੋਅ ਦੀ ਅਸੀਂ ਕਰਾਂਗੇ ਆਪਣੇ ਕੰਨੋਂ, ਜੋ ਵੀ ਸਾਡੇ ਤੋਂ ਵਧੀਆ ਹੋ ਸਕੇ। ਥੈਂਕ ਯੂ ਜੀ। ਤੇ ਉਹਦੇ ਬਾਰੇ ਵੀ ਦੱਸ ਦਿਓ, ਸਿਕਿਉਰਿਟੀ ਐਡਰੈਸ ਜਿਹੜਾ ਹੈਗਾ ਉਹਦਾ ਦੱਸ ਦਿਓ। ਇਹ ਫੌਕਸ ਹੈਗਾ ਥੀਏਟਰ ਹੈਗਾ ਆ, ਰੈਡਵਰਡ ਸਿਟੀ ਦੇ ਵਿੱਚ ਹੈਗਾ ਆ। ਸੋ ਫੌਕਸ ਥੀਏਟਰ ਹੈਗਾ 101 ਤੇ ਜਿੱਦਾਂ ਆਪਣੇ 101 ਦੇ ਉੱਤੇ ਰੈਡਵੁੱਡ ਸਿਟੀ ਆ। ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ, ਬੇ ਏਰੀਆ ਹੈ ਬਹੁਤ ਵੱਡਾ ਵਾ। ਸੋ ਬੇ ਏਰੀਆ ਦੇ ਵਿੱਚ ਮੇਕ ਸ਼ੋਰ ਕਿ ਰੈਡਵੁੱਡ ਸਿਟੀ ਹੈ ਜਿਹੜੀ ਆਪਣੇ 101 ਤੇ ਆ, ਜਿਹੜੀ ਕਿ ਆਪਣੇ ਆਲਮੋਸਟ ਨੌਜੇ ਦੇ ਕੋਲ ਹੀ ਪੈ ਜਾਂਦੀ ਆ। ਸੋ ਕੋਈ ਵੀ ਜੇ ਤੁਹਾਨੂੰ ਕੋਈ ਹੋਈ ਵੀ ਐਨੀ ਇਨਫੋਰਮੇਸ਼ਨ ਸਾਡੇ ਫੋਨ ਨੰਬਰ ਉੱਤੇ ਦਿੱਤੇ ਹੋਏ ਨੇ, ਸੋ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਐਨੀ ਇਨਫੋਰਮੇਸ਼ਨ ਜੀ। ਇਸ ਤੋਂ ਪਹਿਲਾਂ ਕਿ ਬੱਬੂ ਮਾਨ ਜੀ ਨਾਲ ਗੱਲਬਾਤ ਕਰੀਏ ਤੇ ਰਮਨ ਸਿੱਧੂ ਸਾਹਿਬ ਤੁਸੀਂ ਆਪਣੇ ਫ੍ਰੈਜ਼ਨੋ ਵਾਲੇ ਤੇ ਰਿਵਰ ਸਾਈਡ ਵਾਲੇ ਸ਼ੋਅ ਦੀ ਜਾਣਕਾਰੀ ਦੇ ਦਿਓ। ਹਾਂਜੀ, ਫ੍ਰੈਜ਼ਨੋ ਦਾ ਸ਼ੋਅ ਆਪਣਾ 23 ਜੁਲਾਈ ਨੂੰ ਹੋਣ ਜਾ ਰਿਹਾ ਵਾ। ਉਹ ਹੈਗਾ ਸੋਰਾਇਨ ਥੀਏਟਰ ਦੇ ਵਿੱਚ, ਤੇ ਉੱਥੇ ਵੀ ਸਾਰੇ ਜਿਵੇਂ ਵੀਰ ਹੁਣਾਂ ਨੇ ਦੱਸਿਆ, ਮਾਨ ਬ੍ਰਦਰਸ ਨੇ, ਸਿਕਿਉਰਿਟੀ ਦੇ ਸਾਡੇ ਵੀ ਪੂਰੇ ਇੰਤਜ਼ਾਮ ਆ। ਫੈਮਲੀਜ਼ ਦੇ ਲਈ ਸੈਪਰੇਟ ਆ, ਐਂਡ ਟਿਕਟਿੰਗ ਆ ਜਿਹੜੀ ਸਾਰੀ ਆਨਲਾਈਨ ਆ, ਐਂਡ ਬਾਕਸ ਆਫਿਸ ਦੇ ਵਿੱਚ ਵੀ ਆ ਕੇ ਤੁਸੀਂ ਉੱਥੋਂ ਟਿਕਟਾਂ ਲੈ ਸਕਦੇ ਹੋ। ਤੇ ਜਿਹੜਾ 15 ਜੁਲਾਈ ਨੂੰ ਰਿਵਰ ਸਾਈਡ, ਜਿਹਨੂੰ ਆਪਾਂ LA ਵੀ ਕਹਿ ਦਿੰਦੇ ਆ, ਉੱਥੇ ਫੌਕਸ ਥੀਏਟਰ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਵਾ। ਉਹਦੀਆਂ ਟਿਕਟਿੰਗ ਆ ਜਿਹੜੀ ਆਨਲਾਈਨ ਆ, ਐਂਡ ਬਾਕਸ ਆਫਿਸ ਦੇ ਵਿੱਚ ਵੀ ਸਾਰੀਆਂ ਟਿਕਟਾਂ ਜਿਹੜੀਆਂ ਅਵੇਲੇਬਲ ਨੇ, ਉੱਥੇ ਵੀ ਆਪਾਂ ਲੈ ਸਕਦੇ ਹਾਂ। ਥੈਂਕ ਯੂ ਜੀ। ਤੇ ਬੱਬੂ ਮਾਨ ਸਾਹਿਬ ਉਹਨਾਂ ਨਾਲ ਤੁਸੀਂ ਕੋਈ ਸਵਾਲ ਵੀ ਕਰਨਾ ਚਾਹੋ ਤਾਂ ਕਰ ਸਕਦੇ ਸਾਡੇ ਪਤਵੰਤ ਸੱਜਣ। ਤੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਜੀ ਕੈਲੀਫੋਰਨੀਆ ਦੇ ਵਿੱਚ। ਤੇ ਜੀ ਹਾਂਜੀ ਬੋਲੋ ਜੀ। ਮਾਨ ਸਾਹਿਬ ਜਿਵੇਂ ਦੱਸ ਦਿੱਤਾ ਪ੍ਰਮੋਟਰ ਸਾਹਿਬਾਨ ਨੇ ਕਿ ਸ਼ੋਅ ਹੋ ਰਹੇ ਨੇ ਔਰ ਬਹੁਤ ਵਧੀਆ ਹੁੰਗਾਰਾ ਜਿਹੜਾ ਮਿਲ ਰਿਹਾ
ਤੇ ਫਿਰ ਵੀ ਤੁਸੀਂ ਇਹਨਾਂ ਸ਼ੋਆਂ ਬਾਰੇ ਖਾਸ ਕੀ ਪਹਿਲੇ ਸ਼ੋਆਂ ਨੂੰ ਜਾਂ ਜਦੋਂ ਤੁਸੀਂ ਪਹਿਲਾਂ ਅਮਰੀਕਾ ਆਏ ਸੀਗੇ ਉਹਨਾਂ ਨਾਲੋਂ ਕੁਝ ਵੱਖਰਾ ਕੁਝ ਹੋਰ ਸਾਡੇ ਦਰਸ਼ਕਾਂ ਵਾਸਤੇ ਲੈ ਕੇ ਆਏ? ਦੇਖੋ ਜਿਹੜੀ ਪਰਫਾਰਮੈਂਸ ਹੁੰਦੀ ਹੈ ਉਹ ਦੱਸ ਨਹੀਂ ਸਕਦੇ, ਉਹ ਤਾਂ ਜਦੋਂ ਆਪਾਂ ਜਾਂਦੇ ਆ ਉੱਥੇ ਜੀ ਉਦੋਂ ਹੀ ਹੁੰਦਾ ਹੈ। ਕਈ ਵਾਰੀ ਸਾਹਮਣੇ ਜਦੋਂ ਸੁਣਨ ਵਾਲੇ ਸੱਜਣ ਹੁੰਦੇ ਆ, ਕਈ ਵਾਰੀ ਸਟੂਡੈਂਟ ਜ਼ਿਆਦਾ ਹੁੰਦੇ ਆ, ਉਹਨਾਂ ਨੂੰ ਡਾਂਸ ਦਾ ਮਤਲਬ ਹੈ ਕਿ ਨੱਚਣਾ, ਪਰ ਜਦੋਂ ਕਈ ਵਾਰੀ ਬਜ਼ੁਰਗ ਹੁੰਦੇ ਆ ਜਾਂ ਪਰਿਵਾਰ ਹੁੰਦੇ ਆ, ਉਹਨਾਂ ਦੀ ਧਾਰਮਿਕ ਸੁਣਨ ਦੀ ਤਮੰਨਾ ਹੁੰਦੀ ਜੀ। ਹੈ ਜਾਂ ਸਮਾਜਿਕ ਗੀਤ ਸੁਣਨ ਦੀ। ਸੋ ਇਹ ਆਪਾਂ ਇਹ ਨਹੀਂ ਕਹਿ ਸਕਦੇ ਕੀ ਪਰਫਾਰਮ ਕਰਾਂਗੇ, ਮੌਕੇ ਤੇ ਹੀ ਪਤਾ ਲੱਗੂ ਕੀ ਕਰਾਂਗੇ। ਸੋ ਇਸ ਤੋਂ ਪਹਿਲਾਂ ਤੁਹਾਡੇ ਕੈਨੇਡਾ ਸ਼ੋ ਹੋਏ ਆ ਜੀ। ਤੇ ਰਿਸਪਾਂਸ ਉੱਥੇ ਤਾਂ ਬਹੁਤ ਵਧੀਆ ਸੀ। ਇੱਥੋਂ ਕਿੱਦਾਂ ਦੀ ਤੁਹਾਨੂੰ ਲੱਗਦਾ ਵਾ ਵੀ ਇਹ ਜਿੱਦਾਂ ਦੇ ਇਸ ਵੇਲੇ ਤਾਂ ਦੇਖੋ ਦੋ ਚੀਜ਼ਾਂ, ਮੈਂ ਨੈਟ ਤੋਂ ਬਹੁਤ ਦੂਰ ਹਾਂ, ਸਮਾਜਿਕ ਮੀਡੀਆ ਤੋਂ ਮੈਂ ਨਹੀਂ, ਮੇਰੇ ਕੋਲ ਹੈ ਨਹੀਂ, ਮੇਰੇ ਫੋਨ 'ਚ ਵੀ ਹੈ ਨਹੀਂ। ਸੋ ਇਹ ਤਾਂ ਮੈਨੂੰ ਤਾਂ ਮੌਕੇ ਜਿਹਦੇ ਪਤਾ ਲੱਗੂ ਕੀ ਹੋਇਆ। ਮੈਨੂੰ ਤਾਂ ਕਈ ਵਾਰੀ ਜੇ ਤੁਸੀਂ ਵੀ ਮਾੜਾ ਮੋਟਾ ਚੰਗਾ ਬੋਲੋਗੇ ਮਹੀਨੇ ਕੁ ਬਾਅਦ ਹੀ ਪਤਾ ਲੱਗਦਾ, ਇਹਨੂੰ ਵੈਸੇ ਹੀ ਗੁੱਸਾ ਠੰਡਾ ਹੋ ਜਾਂਦਾ ਬੰਦੇ। ਸੋ ਇਸ ਕਰਕੇ ਚੰਗਾ ਪਿਆਰ ਮਿਲ ਰਿਹਾ। ਅਸਲ 'ਚ ਅਮਰੀਕਾ ਦੇਖੋ, ਕੈਨੇਡਾ ਕੀ ਹੈ ਨਾ, ਕੈਨੇਡਾ ਇੱਕ ਜਿਹੜੇ ਸ਼ਹਿਰ ਉਹਨਾਂ 'ਚ ਸਾਡੇ ਪੰਜਾਬੀ ਬਹੁਤ ਜ਼ਿਆਦਾ। ਇੱਥੇ ਮੈਂ ਦੇਖਿਆ ਸਬਰਬ ਹੈ ਛੋਟੇ ਛੋਟੇ, ਸਕੈਟਰਡ ਜਿੱਦਾਂ 4 ਘੰਟੇ ਤੇ ਇੱਕ ਹੋਰ ਟਾਊਨ ਆ, ਉੱਥੇ ਪੰਜਾਬੀ ਆ, ਫਿਰ 3 ਘੰਟੇ ਤੇ ਹੋਰ ਟਾਊਨ। ਇੱਥੇ ਵੀ ਸ਼ੋਆਂ ਦਾ ਉਹ ਰੂਪ ਬਣ ਸਕਦਾ ਜੇ ਕਿਤੇ ਇੱਕ ਮਤਲਬ ਵਿਚਕਾਰ ਕਿਤੇ ਜਿੱਦਾਂ ਤਿੰਨ ਸ਼ੋਅ ਹੋਣੇ, ਉਹਨਾਂ ਦੇ ਵਿਚਕਾਰ ਇੱਕ ਅੱਛਾ ਹਾਲ ਮਿਲ ਜੇ ਆਪਾਂ ਨੂੰ, ਤੇ ਜੇ ਸਾਰੇ ਪੰਜਾਬੀ ਮਦਦ ਕਰਨ ਫਿਰ ਇਹਨਾਂ ਦਾ ਵੀ ਰੂਪ ਵੱਡਾ ਹੋ ਸਕਦਾ। ਪਰ ਕਿਉਂਕਿ ਹੁਣ ਇਹ ਟਾਊਨ ਟੂ ਟਾਊਨ ਹੈ, ਫਿਰ ਉੱਥੇ ਉਸੇ ਟਾਊਨ ਦੇ ਸੱਜਣ ਆਉਣਾ ਹੈ, ਐਲਏ ਵਾਲੇ ਐਲਏ ਚ ਆਉਣਗੇ, ਬੇਕਰਸਫੀਲਡ ਵਾਲੇ ਬੇਕਰਸਫੀਲਡ ਆਉਣਗੇ। ਸੋ ਕੈਨੇਡਾ ਦਾ ਤੁਹਾਨੂੰ ਜਿਹੜਾ ਰਿਸਪਾਂਸ ਸੀਗਾ ਉਹ ਕਿੱਦਾਂ ਦਾ ਫੀਲ ਹੁੰਦਾ ਜਦੋਂ ਆਡੀਅנס ਆ ਕੇ? ਮੈਨੂੰ ਤਾਂ ਬਹੁਤ ਸਾਲ ਹੋ ਗਏ ਗਾਉਂਦੇ ਨੂੰ, ਮੇਰਾ ਤਾਂ ਕੰਮ ਹੈ, ਮੇਰੀ ਡਿਊਟੀ ਹੈ, ਗਾਉਣਾ ਹੀ ਪੈਣਾ ਮੈਨੂੰ। ਦੇਖੋ ਕੀ ਹੁੰਦਾ, ਮੰਨ ਲਓ ਹਾਲ 'ਚ 20,000 ਹੈ, ਮੈਂ ਤਾਂ ਵੀ ਗਾਉਣਾ, ਹਾਲ 'ਚ 100 ਬੰਦਾ ਮੈਂ ਤਾਂ ਵੀ ਗਾਉਣਾ, ਮੇਰੀ ਇਹ ਡਿਊਟੀ ਲਾਤੀ। ਸੋ ਮੇਰਾ ਕੰਮ ਗਾਉਣਾ ਹੈ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਅਸੀਂ ਯੂਰਪ ਜਾਂਦੇ ਹਾਂ, ਉੱਥੇ ਬਹੁਤ ਛੋਟੇ ਸ਼ੋਅ ਵੀ ਕਹਿ ਸਕਦੇ 300 ਬੰਦੇ ਹੁੰਦਾ, ਕਈ ਵਾਰੀ 200 ਬੰਦੇ ਹੁੰਦਾ, ਬਟ ਪਰਫਾਰਮ ਕਰਨਾ ਪੈਂਦਾ। ਮਾਨ ਸਾਹਿਬ, ਮੈਂ ਰੇਡੀਓ ਪੰਜਾਬ ਵੱਲੋਂ ਸਵਾਲ ਪੁੱਛਦਾ। ਮੈਂ ਤੁਹਾਡਾ ਅੜਬ ਪੰਜਾਬੀ ਗਾਣਾ ਬਹੁਤ ਵਾਰ ਪਲੇ ਕੀਤਾ ਹੈ। ਵੈਸੇ ਇੱਕ ਸਾਈਕੀ ਹੈ ਸਾਡੀ ਪੰਜਾਬੀਆਂ ਦੀ, ਅਸੀਂ ਸਾਰੇ ਅੜਬ ਹਾਂ। ਜਿੰਨਾ ਤੁਸੀਂ ਰਾਹ ਪੰਜਾਬੀਜ਼ਮ ਨੂੰ ਡੂੰਘਾ ਚੁਣਿਆ, ਮੇਰਾ ਖਿਆਲ ਨਹੀਂ ਵੀ ਕੋਈ ਹੋਰ ਕਿਸੇ ਨੇ ਵੀ ਚੁਣਿਆ। ਤੁਸੀਂ ਅੰਦਰਲੇ ਪੰਜਾਬੀ ਨੂੰ ਜਾਣਦੇ ਹੋ, ਇਸੇ ਕਰਕੇ ਹੀ ਹਰ ਏਜ ਫੈਕਟਰ ਦੇ ਜਿਹੜੇ ਸਰੋਤੇ ਆ ਉਹ ਤੁਹਾਨੂੰ ਸੁਣਨਾ ਪਸੰਦ ਕਰਦੇ ਨੇ। ਬੱਬੂ ਮਾਨ ਪੁਰਾਣਾ ਨਹੀਂ ਹੁੰਦਾ, ਤੁਹਾਨੂੰ ਪਤਾ ਵੀ ਤੁਸੀਂ 15 ਕੁ ਸਾਲ ਪਹਿਲੇ ਇੱਥੇ ਆਏ ਸੀ, ਜੀ ਜੀ। ਉਸ ਤਰ੍ਹਾਂ ਹੀ ਫਰੈਸ਼ ਬੱਬੂ ਹੈ। ਇਹੀ ਪੰਜਾਬੀਆਂ ਨੂੰ ਚਾਹੀਦਾ। ਪਿਆਰ ਹੈ ਜੀ ਤੁਹਾਡਾ। ਮੈਨੂੰ ਲੱਗਦਾ ਕਿ ਸੰਗੀਤ ਨੂੰ ਦੋ ਚੀਜ਼ਾਂ ਜੀ। ਦੇਖੋ, ਮਸ਼ਹੂਰ ਹੋਣਾ ਸੌਖਾ ਹੈ, ਮਸ਼ਹੂਰੀ ਦਾ ਤੁਹਾਡਾ ਕਿਸ ਮਾਪਦੰਡ ਨਾਲ ਤੁਸੀਂ ਅੱਗੇ ਗਏ ਹੋ। ਮੰਨ ਲਓ ਇੱਕ ਦੁਕਾਨ ਹੈ, ਇੱਕ ਦੁਕਾਨ ਵਾਲਾ ਧੂਪ ਵੇਚਦਾ, ਲੋਕ ਉੱਥੋਂ ਖੁਸ਼ਬੂ ਲੈ ਕੇ ਜਾਂਦੇ ਆ। ਇੱਕ ਦੁਕਾਨ ਵਾਲਾ ਤੰਬਾਕੂ ਵੇਚਦਾ, ਉਹਦੇ ਕੋਲ ਪੈਸਾ ਵੀ ਜ਼ਿਆਦਾ ਹੁੰਦਾ। ਸੋ ਇਹ ਤਾਂ ਅਲੱਗ-ਅਲੱਗ ਵਿਧੀਆਂ, ਉਹ ਤੁਹਾਨੂੰ ਜ਼ਿਆਦਾ ਕਮਾ ਲੈਂਦਾ, ਪਰ ਸੰਤੁਸ਼ਟੀ ਦੂਜੇ ਨੂੰ ਜ਼ਿਆਦਾ ਹੁੰਦੀ ਹੈ। ਐਸੇ ਤਰ੍ਹਾਂ ਮੈਨੂੰ ਲੱਗਦਾ ਕਿ ਤੁਹਾਡੀ ਚਾਹਤ ਕਿਸ ਤਰ੍ਹਾਂ ਦੀ ਹੈ, ਜਿਹੜੇ ਤੁਹਾਨੂੰ ਚਾਹਣ ਵਾਲੇ ਆ, ਕੀ ਉਹਨਾਂ ਦੇ ਕੰਨ 'ਚ ਰਸ ਹੈਗਾ, ਕੀ ਉਹਨਾਂ ਨੂੰ ਪਤਾ ਹੈ ਵੀ ਆਵਾਜ਼ ਕੀ ਹੁੰਦੀ ਹੈ, ਸੁਰ ਸਾਜ਼ ਕਿਆ ਹੁੰਦਾ ਹੈ, ਸ਼ਬਦਾਂ ਦੀ ਡੂੰਘਾਈ ਕੀ ਹੁੰਦੀ ਹੈ। ਸੋ ਇਸ ਤਰ੍ਹਾਂ ਹਰ ਕਲਾਕਾਰ ਜਦੋਂ ਗਾਉਣਾ ਸ਼ੁਰੂ ਕਰਦਾ, ਉਹ ਆਪਣੇ ਵਰਗੇ ਉਹਨੂੰ ਲੱਭਣੇ ਪੈਣੇ ਸਰੋਤੇ, ਜਿਨ੍ਹਾਂ ਨੂੰ ਉਹ ਸੁਣਾ ਸਕੇ। ਸਾਰਿਆਂ ਨੂੰ ਪਸੰਦ ਕਰਦੇ। ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਇੱਕ ਕਿਸਾਨ ਦੇ ਪੁੱਤਰ ਹੋ? ਜੀ। ਜਿਹੜਾ ਪੰਜਾਬ ਹੈ ਉਹ ਸਾਰਾ ਹੀ ਕਿਸਾਨ ਹੈ। ਜਿਹੜਾ ਜੱਟ ਲਫ਼ਜ਼ ਹੈ ਉਹਦੀ ਕੋਈ ਅਜੇ ਤੱਕ ਟ੍ਰਾਂਸਲੇਸ਼ਨ ਨਹੀਂ ਕਰ ਸਕਿਆ। ਜੱਟ ਨਸਲ ਹੈ, ਜਾਤ ਹੈ ਦੀ ਦੁਨੀਆ ਦੇ ਵਿੱਚ, ਤੇ ਅਸੀਂ ਸਾਰੇ ਆਪਣੇ ਆਪ ਨੂੰ ਕਿਸਾਨ ਕਹਿ ਕੇ ਫਖਰ ਕਰਦੇ ਹਾਂ। ਜੀ ਜੀ। ਤੁਸੀਂ ਉਹ ਜਿਹੜੀ ਫਿਲਮ ਹੈ ਉਹ ਭਰੀ ਗਿਆ ਪਿਛਲੇ 20 ਸਾਲਾਂ ਚ। ਮਾਣ ਹੈ ਕਿਸਾਨ ਨੂੰ ਤੁਹਾਡੇ ਉੱਤੇ। ਨਹੀਂ, ਦੇਖੋ, ਜਿਸ ਗੁਣ ਵਿੱਚ ਆਪਾਂ ਜੰਮੇ ਆ ਉਹਦੀ ਤਾਰੀਫ ਕਰਨਾ ਸਾਡਾ ਫਰਜ਼ ਬਣਦਾ, ਔਰ ਜਿੱਥੇ ਤੁਹਾਡੀ ਆਸਥਾ ਹੈ ਉਹਦੀਆਂ ਗੱਲਾਂ ਕਰਨੀਆਂ ਵੀ ਤੁਹਾਡਾ ਫਰਜ਼ ਬਣਦਾ। ਸੋ ਮੈਨੂੰ ਲੱਗਦਾ ਕਿ ਨਾਂ ਪਿੱਛੇ ਹੁਣ ਆਪਾਂ ਸਾਰੇ ਸਿੰਘ ਲਾ ਲੈਂਦੇ ਹਾਂ। ਮੈਂ ਤਾਂ ਵਾਲ ਕੱਟਿਆ, ਤੁਸੀਂ ਵੀ ਕੱਟਿਆ, ਤੁਸੀਂ ਸਿੱਖੋ, ਗੁਰਸਿੱਖ, ਤੁਹਾਡੇ ਪੂਰਾ ਬਾਣਾ। ਪਰ ਜੇ ਸਿੱਖੀਜ਼ਮ ਦੀ ਭਾਸ਼ਾ ਜਾਣਦੇ, ਫਿਰ ਗੁਰੂ ਸਾਹਿਬ ਦੇ ਜਿਹੜੇ ਕਕਾਰਾਂ ਦੇ ਸਾਂ, ਫਿਰ ਉਹ ਗੋਲ ਦਸਤਾਰ ਹੈ, ਫਿਰ ਸਾਡੀਆਂ ਪੱਗਾਂ ਹੁਣ ਆਮ ਤੌਰ ਤੇ ਪਿੰਡਾਂ 'ਚ ਮੁੰਡੇ ਪੱਗ ਬੰਨ ਲੈਂਦੇ,
ਉਹ ਪਟਿਆਲਾ ਜਾਂ ਜਿਹੜੀਆਂ ਫੂਲਕੀਆਂ ਮਿਸਲਾਂ ਤੋਂ ਪ੍ਰਭਾਵਿਤ ਪੱਗ ਹੁੰਦੀ ਹੈ, ਬਟ ਜਿਹੜੀ ਗੁਰੂ ਸਾਹਿਬ ਵਾਲੀ ਆ ਉਹ ਜਿਹੜਾ ਦਮਾਲਾ ਸਜਾਉਂਦੇ ਨਿਹੰਗ ਸਿੰਘ। ਸੋ ਜਦੋਂ ਆਪਾਂ ਵਿਚਰਦੇ ਆ ਕੰਮ ਕਰਨਾ, ਫਿਰ ਆਪਾਂ ਜਦੋਂ ਅਲੱਗ-ਅਲੱਗ ਕੰਮ ਕਰਦੇ ਆ ਫਿਰ ਹਰ ਵਰਗ ਤੁਹਾਨੂੰ ਪਿਆਰ ਕਰਦਾ ਹੈ। ਹੁਣ ਬਹੁਤ ਲੋਕ ਆ ਜਿਹੜੇ ਸੰਗੀਤ ਨਹੀਂ ਸੁਣਦੇ ਕਿਉਂਕਿ ਉਹ ਆਸਤਿਕ ਲੋਕ ਹੁੰਦੇ ਆ, ਉਹ ਸਵੇਰ ਸ਼ਾਮ ਗੁਰੂ ਘਰੇ ਜਾਣਾ, ਉਹਨਾਂ ਨੂੰ ਫਿਰ ਸ਼ਬਦ ਚਾਹੀਦੇ ਹੋਣਗੇ ਜਾਂ ਉਹਨਾਂ ਨੂੰ ਕੋਈ ਸਿੱਖਿਜ਼ਮ ਨਾਲ ਜੁੜੇ ਗਾਣੇ ਚਾਹੀਦੇ। ਸ਼ਾਇਦ ਇਹਨਾਂ ਚੀਜ਼ਾਂ ਨੇ ਮੈਨੂੰ ਪ੍ਰੇਰਿਆ ਅਲੱਗ-ਅਲੱਗ ਵੰਨਗੀਆਂ 'ਚ ਲਿਖਣ ਲਈ। ਇਹੀ ਕਾਰਨ ਹੈ ਵੀ ਤੁਸੀਂ ਜਿੰਨੀ ਦੇਰ ਕਿਸਾਨ ਅੰਦੋਲਨ ਚੱਲਿਆ ਜੀ ਤੁਸੀਂ ਉੱਥੇ ਆਪ ਰਹੇ ਹੋ ਜੀ ਜੀ ਤੇ ਬਿਲਕੁਲ ਜਿਵੇਂ ਤੁਹਾਡਾ ਉੱਥੇ ਦਿਲ ਲੱਗਦਾ ਹੋਵੇ ਉਹਨਾਂ ਬਜ਼ੁਰਗਾਂ ਦੇ ਨਾਲ ਲੰਗਰ ਵਰਤਾਇਆ ਬਣਾਇਆ। ਅਸਲ 'ਚ ਜਿਹੜੀ ਸਾਡੇ ਪੰਜਾਬ ਦੇ ਬਹੁਤੇ ਯੂਟਿਊਬਰ ਸੀ ਨਾ, ਉਹਨਾਂ 'ਚ ਕੁਝ ਤਾਂ ਬਹੁਤ ਅੱਛੇ ਸੀ ਜਿਹੜੇ ਜੋੜਦੇ ਸੀ ਅੰਦੋਲਨ ਨੂੰ, ਪਰ ਬਹੁਤ ਐਸੇ ਚੈਨਲ ਸੀ ਜਿਨ੍ਹਾਂ ਨੇ ਤੋੜਨ ਦਾ ਹੀ ਕੰਮ ਕਰਿਆ ਉੱਥੇ ਵੀ। ਔਰ ਇਹ ਪਾੜਾ ਇੰਨਾ ਵਧਾਤਾ ਸੀ ਕਿ ਅਖੀਰ ਕੁਝ ਕਬੱਡੀ ਵਾਲੇ ਹੋ ਗਏ ਮੁੰਡੇ, ਕੁਝ ਦੁਆਬਾ ਯੂਨੀਅਨ ਵਾਲੇ, ਉੱਥੇ ਵੀ ਇਹ ਗੈਪ ਪੈ ਗਿਆ ਸੀ। ਕੁਝ ਲੋਕ ਕਮਿਊਨਿਜ਼ਮ ਵਿਚਾਰਧਾਰਾ ਵਾਲੇ ਸੀ, ਕੁਝ ਸਿੱਖੀਜ਼ਮ ਨਾਲ ਜੁੜੇ ਹੋਏ ਸੀ। ਉਹ ਫਿਰ ਉਸ ਗੈਪ ਨੂੰ ਮਿਟਾਉਣ ਲਈ ਫਿਰ ਅਸੀਂ ਭਗਤ ਸਿੰਘ ਸਾਹਿਬ ਉਹਨਾਂ ਦੇ ਪਿੰਡੇ ਸਾਰੇ ਇਕੱਠੇ ਜੋੜੇ, ਪੰਥਕ ਜਿੰਨੇ ਵੀ ਸੀ ਸਾਰੇ, ਸਾਡੇ ਆਪਣੇ ਸੱਜਣ ਸੀ ਬਹੁਤ ਨੇੜਿਓਂ, ਫਿਰ ਕਿਸਾਨ ਯੂਨੀਅਨ ਆ, ਫਿਰ ਉਹ ਦੁਬਾਰਾ ਹੰਬਲਾ ਮਾਰ ਕੇ ਫਿਰ ਤੋਰੇ। ਉਦੋਂ ਬਾਅਦ ਫਿਰ ਸ਼ਾਇਦ ਪਾੜ ਨਹੀਂ ਪਿਆ ਕੋਈ। ਕੀ ਕਾਰਨ ਹੈ ਬਈ ਤੁਹਾਡੀ ਕਦੇ ਵੀ ਜਿੰਨਾ ਸਾਡੀ ਸਿੰਗਿੰਗ ਇੰਡਸਟਰੀ ਹੈ ਉਹਦੇ ਵਿੱਚ ਬਹੁਤ ਸਾਰੇ ਗੀਤ ਹੈ ਜਿੱਥੇ ਬੱਬੂ ਮਾਨ ਹੁੰਦਾ, ਲਿਖਣ ਵਾਲਾ ਲਿਖ ਕੇ ਖੁਸ਼ ਹੁੰਦਾ, ਗਾ ਕੇ ਖੁਸ਼ ਹੁੰਦਾ, ਸਟੇਜ ਤੇ ਜ਼ਿਕਰ ਕਰਕੇ। ਬੱਬੂ ਮਾਨ ਚਾਹੇ ਦੀ ਕਿਹੜੀ ਸਿਫਤ ਹੈ ਵੀ ਮੋਸਟ ਸਿੰਗਰ ਰਾਈਟਰ ਸਾਰੇ ਹੀ ਬੱਬੂ ਮਾਨ ਚਾਹੁੰਦੇ ਨੇ। ਤੁਸੀਂ ਇਹ ਕੀ ਬੀਜ ਬੀਜਿਆ ਇੰਨੇ ਸਾਲਾਂ 'ਚ? ਬੱਬੂ ਮਾਨ ਪੁਰਾਣਾ ਹੁੰਦਾ ਹੀ ਨਹੀਂ ਕਦੇ। ਚਲੋ ਰੱਬ ਕਰੇ ਵੀ ਜਿੰਨਾ ਚਿਰ ਆਪਾਂ ਕਹਿੰਦੇ ਪ੍ਰਮਾਤਮਾ ਸਾਹ ਬਖਸ਼ਦਾ, ਆਪਾਂ ਕੰਮ ਕਰੀਏ, ਲਗਨ ਲੱਗੀ ਰਹੇ। ਪਤਾ ਨਹੀਂ ਕਈ ਚੀਜ਼ਾਂ ਧਾਰਨਾ ਤੋਂ ਉਲਟ ਕਰੀਆਂ ਸ਼ਾਇਦ। ਹਾਸ਼ਰ ਫਿਲਮ ਦੇ ਵਿੱਚ ਕੁੱਟ ਖਾਣ ਵਾਲਾ ਬੱਬੂ, ਹਾਂਜੀ, ਤੇ ਜੇ ਉਹਦੇ ਤੇ ਕੋਈ ਸ਼ੱਕ ਕਰਦਾ ਹੈ ਬਈ ਬੱਬੂ ਸਿੱਖ ਭਗਤੀ ਦੇ ਪਿੱਛੇ ਹੈ, ਅਸੀਂ ਸਾਰੇ ਹੀ ਸਿੱਖ ਹਾਂ ਜੀ ਜੀ, ਤੇ ਜਿਹੜਾ ਤਿਆਰ ਹੋ ਰਿਹਾ ਹੈ ਕਹਿੰਦੇ ਪਹਿਲਾਂ ਹੀ ਕੋਈ PhD ਨਹੀਂ ਕਰ ਲੈਂਦਾ ਜੀ ਜੀ, ਤੇ ਉਹਨਾਂ ਦੇ ਸ਼ਰਮ ਆਉਂਦੀ ਹੈ। ਜਿਹੜਾ ਬੱਬੂ ਦੀ ਸਿੱਖੀ ਤੇ ਪੰਜਾਬੀਅਤ ਤੇ ਸ਼ੱਕ ਕਰਦਾ ਹੈ, ਮੈਨੂੰ ਲੱਗਦਾ ਉਹ ਤੋਂ ਘਟੀਆ ਬੰਦਾ ਕੋਈ ਨਹੀਂ। ਦੇਖੋ ਮੈਂ ਬਜ਼ੁਰਗੋ, ਮੈਂ ਆਪਣੇ ਬਾਰੇ ਤਾਂ ਮੈਂ ਕਦੇ ਸਿਫਤ ਮੈਨੂੰ ਮਤਲਬ ਮੈਂ ਚਾਹੁੰਦਾ ਹੀ ਨਹੀਂ ਮੇਰੀ ਹੋਵੇ, ਪਰ ਦੇਖੋ ਕੀ ਹੁੰਦਾ, ਤੁਸੀਂ ਆਪਣਾ ਕਰਮ ਕਰਨਾ, ਤੁਸੀਂ ਆਪ ਦਾ ਬੀਜ ਤੇ ਜਾਣਾ, ਆਪਣਾ ਕਰਮ ਕਰਨਾ। ਅੱਜ ਕੱਲ ਨਾ ਇੱਕ ਹੋਰ ਸਿਸਟਮ ਚੱਲਿਆ ਹੈ, ਸਮਾਜਿਕ ਮੀਡੀਆ ਦੀ ਇੱਕ ਬਦਕਿਸਮਤੀ ਹੈ, ਲੋੜ ਤੋਂ ਜ਼ਿਆਦਾ ਆਜ਼ਾਦੀ ਖਤਰਨਾਕ ਹੁੰਦੀ ਹੈ। ਸਾਡਾ ਮੁਲਕ ਹੈ ਜਿਹੜਾ ਉਹ ਦੁਨੀਆ ਦੀ ਸਭ ਤੋਂ ਵੱਡੀ ਕਹਿੰਦੇ ਵੀ ਡੈਮੋਕ੍ਰੇਸੀ ਉੱਥੇ ਹੈ, ਪਰ ਸਭ ਤੋਂ ਵੱਧ ਚੋਰੀਆਂ ਚਕਾਰੀਆਂ ਵੀ ਉੱਥੇ ਆ, ਲੁੱਟਾਂ ਖੋਹਾਂ ਵੀ ਉੱਥੇ ਆ, ਹੋਰ ਵੀ ਜਿਹੜੀਆਂ ਘਟਨਾਵਾਂ ਉੱਥੇ ਸਭ ਤੋਂ ਵੱਧ ਹੁੰਦੀਆਂ, ਤੇ ਦੁਬਈ 'ਚ ਕਦੇ ਹੁੰਦੀਆਂ ਨਹੀਂ। ਤਾਂ ਮੈਨੂੰ ਲੱਗਦਾ ਕਿ ਲੋੜ ਤੋਂ ਜ਼ਿਆਦਾ ਜਿਹੜੀ ਆਜ਼ਾਦੀ ਸਮਾਜਿਕ ਮੀਡੀਆ ਦੀ ਹੈ ਨਾ, ਕਿਸੇ ਨੂੰ ਵੀ ਕੁਝ ਵੀ ਬੋਲ ਦੇਣਾ। ਹੁਣ ਤੁਸੀਂ ਵੈਸੇ ਕੁਝ ਵੀ ਨਾ ਕਰੋ, ਤੁਸੀਂ ਚੰਗੇ ਵਿਚਾਰ ਹੀ ਪੇਸ਼ ਕਰ ਦਿਓ ਵੀ ਭਾਈ ਸਦਾ ਸੱਚ ਬੋਲੋ, ਜਾਂ ਤੁਸੀਂ ਸਭ ਨੂੰ ਪਿਆਰ ਕਰੋ, ਸਮਾਜ ਨੂੰ ਜੋੜੋ ਤੋੜੋ ਨਾ ਸਮਾਜ ਨੂੰ, ਤੇ ਤੁਸੀਂ ਆਪਦੀ ਪਾ ਕੇ ਕਲਿੱਪ ਚੱਲ ਜਾਓ, ਸ਼ਾਮ ਤੱਕ 10-20 ਤਾਂ ਗਾਲਾਂ ਕੱਢ ਜਾਣਗੇ। ਸੋ ਕਿਉਂਕਿ ਬੌਧਿਕ ਮਿਆਰ ਗਿਰ ਗਿਆ, ਬੁੱਧੀਮਾਨ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਜਿਹੜੇ ਆ ਨਾ ਸਮਾਜਿਕ ਮੀਡੀਆ ਤੇ, ਅਸੀਂ ਦੇਖੋ ਜਦੋਂ ਆਪਾਂ ਗੁਰੂ ਘਰੇ ਜਾਂਦੇ ਆ ਫਿਰ ਉੱਥੇ ਤਾਂ ਹਲੀਮੀ ਸਿੱਖ ਕੇ ਆਉਂਦੇ ਆ, ਪਰ ਜਦੋਂ ਅਸੀਂ ਸਮਾਜਿਕ ਮੀਡੀਆ ਤੇ ਜਾਂਦੇ ਆ ਤਾਂ ਸਾਡੇ ਜਿੰਨਾ ਪ੍ਰਾਊਡ ਕਿਸੇ 'ਚ ਨਹੀਂ। ਫਿਰ ਅਸੀਂ ਕਹਿੰਦੇ ਵੀ ਪਿੱਛੇ ਹਟ, ਮੇਰਾ ਹਰ ਬੰਦੇ ਨੂੰ ਜਵਾਬ ਦੇਣ ਨੂੰ ਕਾਹਲਾ ਹੋਇਆ ਪਿਆ। ਤੁਸੀਂ ਦੇਖੋ ਵੀ ਫੇਸਬੁੱਕ ਦਾ ਸ਼ੇਅਰ ਇੰਨਾ ਗਿਰ ਗਿਆ, ਮੈਨੂੰ ਲੱਗਦਾ ਹੁਣ ਹੌਲੀ ਅੱਜ ਤੋਂ 15 ਸਾਲ ਜਾਂ 5-4 ਸਾਲ ਪਹਿਲਾਂ ਜਦੋਂ ਕੋਈ ਫੇਸਬੁੱਕ ਤੇ ਕੋਈ ਚੀਜ਼ ਪਾਉਂਦਾ ਸੀ ਤਾਂ ਥੱਲੇ ਬਹੁਤ ਲੰਬੀ ਲਾਈਨ ਹੁੰਦੀ ਸੀ ਉਹਦੀ ਦੇਖਣ ਵਾਲਿਆਂ ਦੀ। ਹੁਣ ਤੁਸੀਂ ਦੇਖ ਲਓ ਵੀ 10 ਬੰਦੇ ਹੋਣਗੇ, 20 ਬੰਦੇ ਹੋਣਗੇ। ਕਿਉਂ? ਕਿਉਂਕਿ ਉਹਦਾ ਮਿਆਰ ਗਿਰਨ ਲੱਗ ਗਿਆ। ਹੌਲੀ ਅਸੀਂ ਇੰਨਾ, ਮੈਨੂੰ ਲੱਗਦਾ ਵੀ ਸਾਰਾ ਦਿਨ ਅਸੀਂ ਧਰਮ ਕਰਮ ਦੀਆਂ ਗੱਲਾਂ ਕਰਦੇ ਹਾਂ, ਤੇ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਹੈ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਇਹ ਕੁਦਰਤ ਨੇ 2 ਕੰਨ ਦਿੱਤੇ, ਇੱਕ ਮੂੰਹ ਦਿੱਤਾ ਹੈ ਵੀ ਘੱਟ ਬੋਲੋ ਵੱਧ ਸੁਣੋ, ਪਰ ਅਸੀਂ ਬੋਲਦੇ ਜ਼ਿਆਦਾ ਸੁਣਦੇ ਘੱਟ ਆ। ਮਾਨ ਸਾਹਿਬ ਆਪਣੇ USA 'ਚ ਕਿੱਥੇ ਹੈਗੇ ਨੇ, ਜਿਹੜਾ USA ਟੂਰ ਦੇ ਵਿੱਚ? ਜਿੱਥੇ ਮਰਜ਼ੀ ਲੈ ਜਾਓ। ਹੁਣ ਅਸੀਂ ਆਏ ਆ ਮਹੀਨੇ ਲਈ, ਉਧਰ ਕਰਿਆ, ਇੱਧਰ ਕਰ ਜਾਣੇ, ਫਿਰ ਇਧਰੋਂ ਫਿਰ ਉਧਰੋਂ ਨਿਕਲ ਜਾਣਾ। ਨਿਊਯਾਰਕ ਵਾਲਾ ਤੇ ਉਹਦੇ ਵਾਲਾ ਵਰਜੀਨੀਆ ਵਾਲਾ ਰਹਿ ਗਿਆ ਜੀ ਉਧਰ। ਹਾਂਜੀ ਭਾਈ ਬੱਬੂ, ਆਪਣਾ ਜਿਹੜੀ ਆਪਾਂ ਹੁਣੇ ਕਿਸਾਨ ਯੂਨੀਅਨ ਦੀ ਗੱਲ ਕੀਤੀ,
ਮੇਰਾ ਮੰਨਣਾ ਵਾ ਕਿ ਜਿਹੜਾ ਸੰਗੀਤ ਆ ਨਾ ਜੀ, ਸੰਗੀਤ ਦੇ ਰਾਹੀਂ ਜਿਹੜਾ ਮੈਸੇਜ ਆ ਉਹ, ਕਿਉਂਕਿ ਆਪਣੇ ਗੁਰੂ ਸਾਹਿਬ ਦਾ ਫਲਸਫਾ ਸੀ, ਗੁਰੂ ਨਾਨਕ ਦੇਵ ਤੋਂ ਲੈ ਕੇ ਦੇਖੋ ਸੰਗੀਤ ਦੇ ਰਾਹੀਂ ਮੈਸੇਜ, ਕਿਉਂਕਿ ਜਿਹੜਾ ਸੰਗੀਤ ਆ, ਸੰਗੀਤ ਦੇ ਨਾਲ ਮੈਸੇਜ ਤੁਸੀਂ ਬਹੁਤ ਹੀ ਜ਼ਿਆਦਾ ਕਹਿ ਲਈਏ ਕਨਵੀਨੀਅੰਟ ਦੇ ਨਾਲ ਤੇ ਪਲੱਸ ਇਫੈਕਟਿਵਲੀ ਕਨਵੇ ਕਰ ਸਕਦੇ ਹਾਂ ਜੀ। ਤੇ ਤੁਹਾਡੇ ਜਿਹੜੇ ਗੀਤ ਨੇ ਉਹਨਾਂ ਦੇ ਵਿੱਚ ਕਿ ਲਾਈਕ ਸਾਡਾ ਤੁਹਾਡੇ ਨਾਲ ਪਿਆਰ ਦਾ ਕਾਰਨ ਵੀ ਇਹ ਹੈ, ਤੁਹਾਨੂੰ ਪਬਲਿਕ ਇਸੇ ਲਈ ਪਿਆਰ ਕਰਦੀ ਹੈ ਕਿਉਂਕਿ ਜਿਹੜਾ ਇੱਕ ਗਾਉਣ ਲਈ ਨਹੀਂ ਤੁਸੀਂ ਗਾਉਂਦੇ, ਤੁਸੀਂ ਇੱਕ ਮੈਸੇਜ ਕਨਵੇ ਕਰਨ ਲਈ ਗਾਉਂਦੇ ਹੋ। ਉਹ ਜਿਹੜੀ ਸਾਨੂੰ ਲੜਕੀ ਬਹੁਤ ਵਧੀਆ ਥੋੜੀ ਲੱਗਦੀ ਆ। ਕਿਉਂਕਿ ਬਾਕੀ ਇੱਕ ਗੱਲ ਹੈ ਜਿਹੜੀ ਵੀ ਡੈਮੋਕ੍ਰੇਸੀ ਮੈਨੂੰ ਆਪਦੀ ਜੌਬ ਦੇ ਸਿਲਸਿਲੇ ਦੇ ਵਿੱਚ ਮੈਨੂੰ ਬਹੁਤ ਕੰਟਰੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਹੁਣ ਸਾਊਦੀ ਅਰਬ ਦੇ ਉੱਥੇ ਉਹਨਾਂ ਕੰਟਰੀਆਂ ਦੇ ਵਿੱਚ ਜਿਹੜਾ ਲਾ ਦੀ ਇੱਕ ਵੈਲਿਊ ਹੈ, ਉਹਦੀ ਇੰਪੋਰਟੈਂਸ ਆ ਕਿ ਵੀ ਜੇ ਆਹ ਲਾ ਤੋਂ ਤੁਸੀਂ ਇੱਧਰ ਹੋ ਗਏ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਣਾ ਜੀ। ਆਪਣੇ ਸਿਸਟਮ ਚ ਆਪਣੀ ਜਿਹੜੀ ਇੰਡੀਆ ਦੀ ਡੈਮੋਕ੍ਰੇਸੀ ਦੇ ਵਿੱਚ ਕੀ ਆ ਕਿ ਲੂਪ ਹੋਲ ਪਤਾ ਨਹੀਂ ਉਹ ਜਾਣ ਬੁੱਝ ਕੇ ਛੱਡੇ ਪਏ ਨੇ ਕਿ ਉਹ ਇੰਨੇ ਕਿ ਜ਼ਿਆਦਾ ਲੂਪ ਹੋਲ ਨੇ ਕਿ ਡੈਮੋਕ੍ਰੇਸੀ ਹੈ ਹੀ ਨਹੀਂ। ਉਹ ਜਿਨ੍ਹਾਂ ਦੇ ਹੱਥ ਪਾਵਰ ਆ ਬਸ ਉਹਨਾਂ ਕੋਲ ਹੀ ਆ। ਜਦੋਂ ਅੰਗਰੇਜ਼ ਛੱਡ ਕੇ ਗਏ ਸੀ ਨਾ, ਸੱਤਾ ਦਾ ਪਰਿਵਰਤਨ ਹੋਇਆ ਅਸਲ ਚ ਤਾਂ ਹੈ ਨਾ, ਉਹ ਲੀਜ਼ ਆਊਟ ਹੈ। ਉਹ ਬਹੁਤੀਆਂ ਚੀਜ਼ਾਂ ਤਾਂ ਫਿਰ ਉਹ ਹੀ ਕਰ ਗਏ ਆਪਦੇ ਹਿਸਾਬ ਨਾਲ ਹੀ। ਔਰ ਉਦੋਂ ਤੋਂ ਅੱਜ ਦੇ ਸਮਾਜ ਦਾ ਬਹੁਤ ਫਰਕ ਹੈ। ਕੁੱਲ ਮਿਲਾ ਕੇ ਜਿਹੜਾ ਸ਼ਾਸਕ ਹੈ ਨਾ ਉਹ ਬਚ ਜਾਂਦਾ ਹਰੇਕ ਚੀਜ਼ 'ਚ। ਉਹਨੂੰ ਜਿੰਨਾ ਮਰਜ਼ੀ ਫਸਾ ਲਓ, ਅਖੀਰ ਉਹਨੇ ਨਿਕਲ ਜਾਣਾ। ਇਹੀ ਇੱਕ ਪ੍ਰੋਬਲਮ ਹੈ। ਔਰ ਦੂਜੀ, ਜਿੱਥੇ ਤੱਕ ਲਾ ਦੀ ਗੱਲ ਹੈ, ਦਰਅਸਲ ਅਸੀਂ ਆਪਣੇ ਆ ਘਰ ਤੇ ਨਹੀਂ ਲਾਗੂ ਕਰਦੇ। ਕਾਨੂੰਨ ਜਾਂ ਨਿਯਮ ਕੀ ਹੈ ਕਿ ਇੱਕ ਨਿਯਮ 'ਚ ਆਪਾਂ ਜ਼ਾਬਤੇ 'ਚ ਰਹੀਏ। ਹੁਣ ਪਿੰਡਾਂ 'ਚ ਪਹਿਲਾਂ ਲੜਾਈਆਂ ਹੁੰਦੀਆਂ ਸੀ ਵੀ ਕੂੜਾ ਕੱਢ ਕੇ ਬਾਹਰ ਸਿੱਟਤਾ। ਸਾਡੇ 'ਚ ਇੰਨਾ ਜ਼ਾਬਤਾ ਨਹੀਂ ਵੀ ਅਸੀਂ ਚੱਕ ਕੇ ਉਹਨੂੰ ਕੂੜੇਦਾਨ 'ਚ ਪਾ ਦਈਏ। ਪੁਲਿਸ ਵਾਲਾ ਰੋਕਦਾ, ਪੁਲਿਸ ਵਾਲਾ ਕਾਗਜ਼ ਪੁੱਛਦਾ, ਬੰਦਾ ਐਮਐਲਏ ਨੂੰ ਫੋਨ ਲਾ ਲੈਂਦਾ ਵੀ ਮਾਮਾ ਕਰੀ ਗੱਲ ਮਾੜੀ ਜੀ ਇੱਧਰ। ਉਹ ਫੋਨ ਉਧਰ ਕੰਨ ਨੂੰ ਲਾ ਦਿੰਦਾ, ਉਹਨੂੰ ਕਹਿੰਦੇ ਓਏ ਤੂੰ ਡਿਊਟੀ ਕਰਨੀ ਕਿ ਨਹੀਂ? ਉਹ ਕਹਿੰਦੇ ਜਾਓ ਜੀ, ਲੈ ਦੱਸੋ। ਕਾਨੂੰਨ ਤਾਂ ਅਸੀਂ ਆਪ ਹੀ ਭੰਨ ਰਹੇ ਹਾਂ। ਲਾਈਨ ਲੱਗੀ ਹੁੰਦੀ ਹੈ ਬਿਜਲੀ ਬੋਰਡ 'ਚ ਜਾਂ ਕਿਤੇ ਵੀ, ਹੁਣ ਤਾਂ ਸ਼ਾਇਦ ਘਟ ਗਿਆ। ਹੁਣ ਮੈਂ ਆਪਣੇ ਵੇਲੇ ਦੱਸਦਾ, ਤੇ ਆਪ ਹੀ ਜਾ ਕੇ ਬੰਦਾ ਕਹਿੰਦਾ ਵੀ ਲੈ ਲਈ ਯਾਰ 20 ਰੁਪਏ ਮੜ ਜਾ ਭਰਤੀ ਬਿੱਲ ਮੇਰਾ, ਕਿਉਂਕਿ ਅਸੀਂ ਖੜ ਨਹੀਂ ਸਕਦੇ। ਤੇ ਕਾਨੂੰਨ ਤਾਂ ਅਸੀਂ ਆਪ ਹੀ ਭੰਗ ਕਰ ਰਹੇ ਹਾਂ। ਕਾਨੂੰਨਦਾਨਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ? ਇਹੀ ਕਾਰਨ ਹੈ ਜੀ ਜਿਹੜਾ ਹੁਣ ਫੋਰਨ ਕੰਟਰੀ ਦੇ ਵਿੱਚ ਹੁਣ ਅਸੀਂ ਆਪਣਾ ਖਿੱਤਾ ਛੱਡ ਕੇ ਜਿੱਥੇ ਸਾਡੇ ਇੰਡੀਆ ਦੀ ਵੀ ਨਸਲਾਂ ਹੀ ਸਾਡੀਆਂ ਉੱਥੇ ਜੰਮੀਆਂ, ਅੱਜ ਵੀ ਅਸੀਂ ਉਧਰ ਨੂੰ ਲੋਚਦੇ ਆ। ਉਹ ਧਰਤੀ ਨੂੰ ਛੱਡਣ ਦਾ ਬਸ ਆਹੀ ਇੱਕ ਕਾਰਨ ਆ ਕਿ ਉਰੇ ਜਿਹੜਾ ਉਰੇ ਦੇਖੋ ਹੁਣ ਤਾਂ ਇਹ ਹਾਲ ਹੋਇਆ ਵਾ ਜੀ ਬੜੇ ਭਾਈ। ਹੁਣ ਤਾਂ ਇਹ ਹਾਲ ਹੈ ਵੀ ਜਿਹੜਾ ਬੱਚਾ 10ਵੀਂ 11ਵੀਂ ਚ ਹੋ ਜਾਂਦਾ ਉਹ ਕਹਿੰਦਾ ਮੈਂ ਰਹਿਣਾ ਨਹੀਂ। ਹੁਣ ਉੱਥੇ ਸਿਰਫ ਉਹ ਰਹਿ ਗਏ ਜਿਨ੍ਹਾਂ ਪਰਿਵਾਰਾਂ 'ਚ ਸਮਰੱਥਾ ਨਹੀਂ। ਜਿਨ੍ਹਾਂ 'ਚ ਸਮਰੱਥਾ ਉਹ ਆ ਗਏ। ਉਹ ਕਹਿੰਦੇ ਵੀ ਜਿੱਕਣ ਮਰਜੀ ਜਾਣਾ, ਚਾਹੋ ਡਬਈਓ ਕੱਢ ਦੋ, ਭਾਰਤ 'ਚ ਨਹੀਂ ਰਹਿਣਾ। ਕਿਉਂ ਨਹੀਂ ਰਹਿਣਾ? ਉਹਦੀ ਵਜ੍ਹਾ ਇਹੀ ਹੈ, ਕੋਈ ਕਾਨੂੰਨਾਂ ਦੀ ਚੀਜ਼ ਹੈ ਨਹੀਂ, ਨੌਕਰੀ ਦਾ ਹਿਸਾਬ ਕੋਈ ਨਹੀਂ, ਫੂਡ 'ਚ ਜ਼ਹਿਰ ਹੈ, ਪਾਣੀ ਮੁੱਕੀ ਜਾਂਦਾ ਹੈ, ਸ਼ਹਿਰਾਂ ਦੀ ਕੋਈ ਹੱਦਬੰਦੀ ਹੈ ਨਹੀਂ, ਦਰਖਤ ਕੋਈ ਲਾਉਂਦਾ ਹੀ ਨਹੀਂ, ਤਬਾਹ ਹੋਇਆ ਪਿਆ ਸਾਰਾ ਕੁਝ। ਬਾਈ ਨੂੰ ਪਤਾ ਉਹਨੇ ਜਦੋਂ ਕਿਸਾਨੀ ਦਾ ਇੰਡੀਆ ਚੱਲਿਆ ਸੀਗਾ, ਅਸੀਂ ਵੀ ਕਹਿੰਦੇ ਕੈਨੇਡਾ ਅਮਰੀਕਾ ਦੇ ਵਿੱਚ ਇੱਕ ਬੇਕਰਸਫੀਲਡ ਉਹ ਜਗ੍ਹਾ ਲਾਈਕ ਮੈਂ ਮਾਰਨਾ ਕਹਿਣਾ ਵਾ ਇਹੀ ਉਹ ਜਗ੍ਹਾ ਵਾ ਜਿੱਥੇ ਜਿੰਨਾ ਚਿਰ ਧਰਨਾ ਉੱਥੇ ਚੱਲਿਆ ਇੱਥੇ ਵੀ ਚੱਲਿਆ ਕੰਟੀਨਿਊ। ਨਹੀਂ ਦੇਖੋ ਵਿਦੇਸ਼ੀਆਂ ਦੀ ਤਾਂ ਬਹੁਤ ਸਪੋਰਟ ਆ ਪੰਜਾਬ ਨੂੰ। ਪੰਜਾਬ ਅਜੇ ਤੱਕ ਪੰਜਾਬ ਤਾਂ ਹੀ ਮਤਲਬ ਜੇ ਹਜੇ ਪੈਰਾਂ ਤੇ ਮਾੜਾ ਮੋਟਾ ਤਾਂ ਤੁਹਾਡੇ ਕਰਕੇ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। NRI ਦਾ ਜਿਹੜਾ ਪੈਸਾ ਜਾਂਦਾ ਜਾਂ ਉੱਥੇ ਇਮਦਾਦ ਜਾਂਦੀ ਹੈ ਇਹਦਾ ਬਹੁਤ ਅਸਰ ਹੈ। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਵੀ ਉਹਨੇ ਦੇਖੋ ਜੀ ਉਹ ਸਾਨੂੰ ਆਜ਼ਾਦੀ ਸੀ, ਅਸੀਂ ਪਾਰਕ ਦੇ ਵਿੱਚ ਬੈਠਦੇ ਸੀ ਕਿ ਕੋਈ ਪੁਲਿਸ ਦਾ ਡਰ ਨਹੀਂ, ਕੋਈ ਕੱਖ ਨਹੀਂਗਾ। ਉੱਥੇ ਜੇ ਧੱਕਾ ਦੇਖੋ ਹੋਇਆ ਤੇ ਇੱਕ ਕੁਝ ਗੱਲਾਂ ਅੱਛੀਆਂ, ਕੁਝ ਗੱਲਾਂ ਠੀਕ ਵੀ ਰਹਿ ਗਈਆਂ। ਕਿਉਂਕਿ ਦੇਖੋ ਕੀ ਹੁੰਦਾ ਨਾ, ਜਦੋਂ ਅਸੀਂ ਆਪਸੀ ਹਿੱਤ ਛੱਡ ਕੇ ਬੈਠਦੇ ਆ ਨਾ, ਫਿਰ ਸਰਕਾਰ ਵੀ ਥੋੜੀ ਠੀਕ ਹੋ ਜਾਂਦੀ। ਉਹ ਥੋੜੀਆਂ ਪਰੇਸ਼ਾਨੀਆਂ ਆਈਆਂ, ਪਰ ਬਹੁਤਾ ਧਰਨੇ 'ਚ ਤਾਂ ਜਿਹੜੇ ਲੋਕਲ ਲੋਕ ਸੀ ਉਹਨਾਂ ਨੇ ਬਹੁਤ ਸਪੋਰਟ ਕਰੀ, ਬਹੁਤ। ਉਹਨਾਂ ਤੋਂ ਬਿਨਾਂ ਸੰਭਵ ਵੀ ਨਹੀਂ ਸੀ। ਮਾਨ ਸਾਹਿਬ ਤੁਸੀਂ ਬੇਕਰਸਫੀਲਡ ਆਏ ਹੋ, ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ। ਜੀ ਜੀ। ਤੇ ਤੁਹਾਡਾ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ, ਇਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ। ਤੇ ਮੇਰਾ ਕੁਐਸਚਨ ਤੁਹਾਨੂੰ ਇਹ ਹੈ, ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਸੰਗੀਤ ਜਗਤ ਦੇ ਵਿੱਚੋਂ ਨੇ, ਤੇ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਈ ਅਣਿਆਈ ਮੌਤਾਂ ਹੋਈਆਂ ਨੇ, ਸ਼ੂਟ ਹੋਏ ਨੇ, ਜਿਵੇਂ ਕਿ ਸਿੱਧੂ ਮੂਸੇਵਾਲਾ ਦਾ
ਤੇ ਤੁਸੀਂ ਹੁਣ ਉਹਨਾਂ ਲਈ ਜਾ ਕੇ ਇੱਕ ਹੋਰ ਵੀ ਬਹੁਤ ਜ਼ਿਆਦਾ ਇਦਾਂ ਦੀਆਂ ਬਹੁਤ ਜ਼ਿਆਦਾ ਅਣਿਆਈ ਮੌਤਾਂ ਹੋਈਆਂ ਨੇ, ਤੁਸੀਂ ਕੋਈ ਭਗਵੰਤ ਮਾਨ ਸਾਹਿਬ ਨਾਲ ਇਦਾਂ ਦੀ ਕੋਈ ਗੱਲ ਜਾਂ ਉਹਨਾਂ ਨਾਲ ਮੀਟਿੰਗ ਸ਼ੇਅਰ ਕਰੋਗੇ ਜਿਹੜਾ ਉੱਥੇ ਇਹਨਾਂ ਤੇ ਕੋਈ ਸਕੰਜਾ ਕੱਸਿਆ ਜਾਵੇ? ਦੇਖੋ, ਜੂਝਦਾ ਪੰਜਾਬ ਇੱਕ ਅਸੀਂ ਨਾ ਜਿਹੜੇ ਬੁੱਧੀਜੀਵ ਵਰਗ ਹੈ, ਚਿੰਤਕ ਵਰਗ ਜਿਹਨੂੰ ਕਹਿੰਦੇ ਸਮਾਜ ਦਾ, ਉਹ ਸਾਰੇ ਉੱਥੇ ਇਕੱਠੇ ਹੋਣ। ਉਹ ਦੇਰ ਸਵੇਰ ਅਸੀਂ ਇਹ ਸਾਰੇ ਸੁਨੇਹੇ ਪਹੁੰਚਾਉਂਦੇ ਵੀ ਰਹਿੰਦੇ ਆ, ਪਰ ਜੇ ਉਹਨਾਂ ਤੋਂ ਵਕਤ ਮਿਲਿਆ ਤਾਂ ਮੈਂ ਜ਼ਰੂਰ ਬੈਠ ਲੂੰਗਾ। ਕੋਈ ਤੁਹਾਡੇ ਜੇ ਇਧਰੋਂ ਕੋਈ ਡੈਲੀਗੇਟ ਜਦੋਂ ਅਸੀਂ ਪੰਜਾਬ ਜਾਣਾ ਜੇ ਕੋਈ ਹੋਇਆ ਤਾਂ ਤੁਸੀਂ ਵੀ ਆ ਜਾਓ, ਸਾਰੇ ਰਲ ਮਿਲ ਬੈਠਾਂਗੇ। ਠੀਕ ਹੈ ਜੀ, ਧੰਨਵਾਦ। ਕਿਉਂਕਿ ਅਮਨ ਕਾਨੂੰਨ ਬਹੁਤ ਜ਼ਰੂਰੀ ਹੈ। ਜੇ ਅਮਨ ਕਾਨੂੰਨ ਨਹੀਂ ਤਾਂ ਫਿਰ ਕੋਈ ਇੰਡਸਟਰੀਲਿਸਟ ਵੀ ਨਹੀਂ ਆਉਂਦਾ ਬਿਲਕੁਲ ਜੀ। ਹੈ ਨਾ, ਲੋਕ ਫਿਰ ਉੱਥੋਂ ਨਿਕਲ ਜਾਂਦੇ ਹੁੰਦੇ ਆ। ਔਰ ਪੰਜਾਬ ਨੂੰ ਬਹੁਤ ਸਾਲਾਂ ਤੋਂ ਨਜ਼ਰ ਲੱਗੇ ਲੀ ਤੇ ਆ ਹੀ ਨਹੀਂ ਰਿਹਾ। ਔਰ ਮੈਨੂੰ ਲੱਗਦਾ ਕਿ ਪ੍ਰੀਚਰ ਵਰਗ ਦਾ ਇੱਥੇ ਬਹੁਤ ਵੱਡਾ ਯੋਗਦਾਨ ਹੋ ਸਕਦਾ ਕਿ ਨੌਜਵਾਨਾਂ ਨੂੰ ਜੋੜ ਕੇ ਨਾਲ ਅੱਗੇ ਲਾ ਕੇ ਤੋਰਿਆ ਜਾਵੇ, ਧਰਮ ਦੇ ਰਾਹ ਤੇ ਤੋਰੀਏ, ਗੁਰੂ ਸਾਹਿਬ ਦਾ ਫਲਸਫਾ ਸਮਝਾਈਏ। ਸ਼ਾਇਦ ਬਹੁਤ ਲੋਕ ਮੁੜੇ ਆਉਣ, ਬਹੁਤ ਨੌਜਵਾਨ ਜਿਹੜੇ ਆਪਸੀ ਰੰਜਿਸ਼ਾਂ ਚੋਂ ਨਿਕਲ ਕੇ ਬਾਹਰ ਆਉਣਾ ਚਾਹੁੰਦੇ ਆ, ਨਿੱਜੀ ਜ਼ਿੰਦਗੀ 'ਚ ਸਮਾਜ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਸਿਕਿਉਰ ਕਰਨ ਦਾ ਇੰਤਜ਼ਾਮ ਕਰਨ, ਤਾਂ ਇਹ ਚੀਜ਼ਾਂ ਪੋਸੀਬਲ ਹੈ। ਔਰ ਜੇਲ੍ਹਾਂ 'ਚ ਤਾਂ ਸਪੈਸ਼ਲੀ ਤੌਰ ਤੇ ਪ੍ਰੀਚਿੰਗ ਹੋਣੀ ਚਾਹੀਦੀ ਹੈ। ਇਹ ਚੀਜ਼ ਹੈ ਜਿਹੜੀ ਜਿਵੇਂ ਤੁਹਾਡੇ ਤੁਸੀਂ ਆਪਣੇ ਵਿਚਾਰ ਰੱਖ ਰਹੇ ਹੋ, ਜਿਹੜੀ ਤੁਹਾਨੂੰ ਲੋਕ ਸੁਣਨ ਦਾ ਜਿਹੜਾ ਕਾਰਨ ਆ ਨਾ, ਉਹ ਇਹ ਆ ਕਿ ਤੁਸੀਂ ਇੱਕ ਲਰਨਡ ਸਿੰਗਰ ਜੀ, ਤੁਸੀਂ ਪੜ੍ਹਦੇ ਹੋ, ਤੁਹਾਨੂੰ ਉਹ ਬਹੁਤ ਵਧੀਆ ਚੀਜ਼ਾਂ ਨੇ, ਦੂਜੇ ਸਿੰਗਰਾਂ ਨੂੰ ਵੀ ਤੁਹਾਨੂੰ ਸਿੱਖਣਾ ਚਾਹੀਦਾ। ਮੈਨੂੰ ਲੱਗਦਾ ਕਿ ਜੇ ਆਪਾਂ ਘਰ 'ਚ ਵੀ ਜੇ ਕੋਈ ਆਪਣੇ ਘਰ ਮੰਨ ਲਓ ਕੋਈ ਬੰਦਾ ਕੋਈ ਬੱਚਾ ਸ਼ਰਾਬ ਪੀਣ ਲੱਗ ਜੇ ਮੰਨ ਲਓ, ਤੁਸੀਂ ਉਹਨਾਂ ਨੂੰ ਲੜ ਕੇ ਤਾਂ ਹਟਾ ਨਹੀਂ ਸਕਦੇ, ਤੁਸੀਂ ਉਹਨੂੰ ਸਮਝਾ ਕੇ ਲਿਆ ਸਕਦੇ ਹੋ। ਤਾਂ ਮੈਨੂੰ ਲੱਗਦਾ ਕਿ ਅਜੇ ਬਹੁਤ ਕੰਮ ਹੈ। ਔਰ ਬੁੱਧੀਜੀਵ ਵਰਗ ਨੂੰ ਵੀ ਸਰਕਾਰ ਨੂੰ ਨਾ ਥੋੜਾ ਬਹੁਤ ਨਾਲ ਜੋੜਨਾ ਚਾਹੀਦਾ, ਕਿਉਂਕਿ ਜਿਹੜੇ ਅੱਛੇ ਇਕਨੋਮਿਸਟ ਹੈ ਜਾਂ ਅੱਛੇ ਬੁੱਧੀਜੀਵ ਹੈ ਉਹ ਚੰਗੇ ਫਲਸਫੇ ਤੁਹਾਨੂੰ ਦੱਸਣਗੇ। ਤੁਸੀਂ ਉਹਦੇ ਤੇ ਜੇ ਅਮਲ ਕਰੋਗੇ ਤਾਂ ਪੰਜਾਬ ਨੂੰ ਲੀਹ ਤੇ ਲਿਆਇਆ ਜਾ ਸਕਦਾ, ਕੋਈ ਐਡੀ ਗੱਲ ਨਹੀਂ। ਜੇ ਸ਼ਾਸਕ ਚਾਹਣ ਅਕਲਮੰਦ ਲੋਕਾਂ ਨੂੰ ਜੋੜ ਲੈਣ ਤਾਂ ਪੰਜਾਬ, ਦੇਖੋ 12,000 ਕੁਛ ਪਿੰਡ ਆਪਣੇ, ਠੀਕ ਹੈ, ਤਾਂ ਸਮਝ ਲਓ ਵੀ 12,000 ਬੰਦਾ ਚਾਹੀਦਾ ਤੇ ਪੂਰੀ ਮੈਨੂੰ ਲੱਗਦਾ 12,000 ਹੋਰ ਤਾਂ ਛੱਡੋ, ਕੈਨੇਡਾ ਅਮਰੀਕਾ 'ਚ 12,000 ਬੰਦਾ ਇੱਕ ਪਿੰਡ ਅਡਾਪਟ ਕਰ ਲੂਗਾ। ਇੱਕ ਬੰਦਾ ਹੀ ਕਰ ਸਕਦਾ। ਤੁਹਾਡੇ ਲੋਕਾਂ ਕੋਲ ਬਥੇਰੇ ਬਹੁਤ ਵੱਡੇ ਟਰਾਂਸਪੋਰਟਰ ਬੈਠੇ ਇੱਥੇ, ਤੁਸੀਂ ਮਤਲਬ ਹਰ ਪਿੰਡ 'ਚ ਸੀਵਰੇਜ ਪਵਾ ਸਕਦੇ ਹੋ, ਤੁਹਾਡੇ ਲਈ ਖੱਬੇ ਹੱਥ ਦਾ ਕੰਮ ਹੈ। ਪਰ ਇਹ ਕੰਮ ਕਰੇ ਕੌਣ? ਇਹ ਹੁਣ ਸਰਕਾਰ ਜਦੋਂ ਪਾਵਰ 'ਚ ਆਉਂਦੀ ਉਹਨਾਂ ਨੂੰ ਸਮਝਾਵੇ ਕੌਣ ਇਹ ਗੱਲਾਂ। ਇਹਦਾ ਤਾਂ ਮੈਨੂੰ ਇੱਕੋ ਤਰੀਕਾ ਲੱਗਦਾ ਕਿ ਅਸੀਂ ਸਾਰੇ ਰਲ ਕੇ ਕੋਈ ਸਮਾਜਿਕ ਵਿੰਗ ਇਦਾਂ ਦਾ ਬਣਾਈਏ ਵੀ ਜਿਹਦੇ 'ਚ ਪਿੰਡ ਜਾ ਕੇ ਲੋਕਾਂ ਨੂੰ ਜੋੜੀਏ, ਹਰ ਪਿੰਡ 'ਚ ਇੱਕ ਬੰਦਾ ਤਾਂ ਜੁੜਿਆ ਹੋਵੇ, ਫਿਰ ਉਸ ਪਿੰਡ ਨਾਲ ਬਾਹਰ ਵਾਲਿਆਂ ਨੂੰ ਜੋੜਿਆ ਜਾਵੇ। ਇਹ ਸਿਆਸਤ ਤੋਂ ਪਰੇ ਹੋ ਕੇ ਵੀ ਇਹ ਕੰਮ ਹੋ ਸਕਦਾ। ਪਿੰਡਾਂ ਦਾ ਪੱਧਰ ਉੱਚਾ ਹੋ ਜਾਵੇ, ਪਿੰਡ 'ਚ ਇੱਕ ਲਾਇਬ੍ਰੇਰੀ ਵੀ ਹੋ ਜਾਵੇ। ਜੇ ਇੱਕ ਬੱਚੇ ਨੂੰ ਪੜ੍ਹਨ ਦਾ ਸ਼ੌਕ ਪੈ ਗਿਆ, ਸਮਝ ਲਓ ਪਿੰਡ ਬਦਲ ਗਿਆ। ਦੇਖੋ ਕੇਰਲਾ ਵਾਲਿਆਂ ਨੇ ਕੀ ਸਿੱਖਿਆ। ਕੇਰਲਾ ਦੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਪੜ੍ਹਨਾ ਸ਼ੁਰੂ ਕਰਤਾ, ਬੰਗਾਲੀਆਂ ਨੇ ਪੜ੍ਹਨਾ ਸ਼ੁਰੂ ਕਰਤਾ। ਉਹਨਾਂ ਬੌਧਿਕ ਪੱਖੋਂ ਦੇਖੋ ਕਿੰਨੇ ਤੇਜ਼ ਹੈ। ਉਹ ਵੀ ਦਿੱਲੀ ਤੋਂ ਉਲਟੀ ਚੱਲਦੇ ਆ, ਥਾਟ ਉਹਨਾਂ ਦਾ ਵੀ ਨਹੀਂ ਰਲਦਾ ਕਦੇ। ਔਰ ਉਹਨਾਂ ਦੇ ਸਿਸਟਮ ਇੰਨੇ ਵਧੀਆ ਬਣਾਤੇ ਉਹਨਾਂ ਪ੍ਰਦੇਸ਼ਾਂ 'ਚ ਵੀ ਮੰਨ ਲਓ ਐਮਐਲਏ ਜੇ ਇੱਕ ਵਾਰੀ ਜਿੱਤ ਗਿਆ ਤਾਂ ਅਗਲੀ ਵਾਰੀ ਜ਼ਰੂਰੀ ਨਹੀਂ ਵੀ ਤੈਨੂੰ ਟਿਕਟ ਮਿਲੂਗੀ। ਉਹ ਕਹਿੰਦੇ ਤੇਰੀ ਕਾਰਗੁਜ਼ਾਰੀ ਅੱਛੀ ਨਹੀਂ, ਚੱਲ ਬਾਹਰ। ਪਰ ਸਾਡੇ ਤਾਂ ਹੁਣ ਜਦੇ ਅਸੀਂ ਛੋਟੇ ਜੱਦੇ ਹੀ ਦੇਖਦੇ ਹਾਂ, ਉਹੀ ਚਿਹਰੇ ਚੱਲੇ ਫਿਰਦੇ ਆ। ਮੰਨ ਲਓ ਨਾਲੇ 70 ਸਾਲ ਮਤਲਬ 50 ਸਾਲ ਤੋਂ ਤਾਲੂਆ ਕੁੱਟੀ ਜਾਂਦੇ ਆ, ਨਾਲੇ ਫੇਰ ਮੂਹਰੇ ਆ ਕੇ ਲੈਕਚਰ ਜਿਹਾ ਵੀ ਦੇ ਜਾਂਦੇ ਆ ਤੇ ਬੱਲੇ ਬੱਲੇ ਫੇਰ ਵੋਟਾਂ 'ਚ ਫੇਰ ਵੋਟਾਂ ਲੈ ਜਾਂਦੇ ਆ। ਮਤਲਬ ਸਮਝ ਨਹੀਂ ਆਈ ਕੁਛ। ਅਸੀਂ ਗਲਤ ਆ ਜਾਂ ਉਹ ਗਲਤ ਹੈ? ਇਹ ਪ੍ਰੀਚਰ ਜਿਹੜੇ ਨੇ ਵੀ ਪ੍ਰੀਚਰਾਂ ਦੇ ਨਾਲ ਜਿਹੜੇ ਸਾਡੇ ਮਿਊਜ਼ਿਕ ਇੰਡਸਟਰੀ ਵਾਲੇ ਨੇ, ਇਹਨਾਂ ਦਾ ਵੀ ਮੈਂ ਕਹਿੰਦਾ ਕਿ ਬਹੁਤ ਜ਼ਿਆਦਾ ਇਹਨਾਂ ਦਾ ਵੀ ਇਨਫਲੂਐਂਸ ਬਰਾਬਰ ਹੀ ਰਹਿੰਦਾ ਵਾ। ਦੇਖੋ ਮਿਊਜ਼ਿਕ ਤਾਂ ਸਪੋਰਟ ਕਰ ਸਕਦਾ ਹੈ। ਮਿਊਜ਼ਿਕ 'ਚ 3 ਜਨਰੇਸ਼ਨਾਂ ਆਉਣੀਆਂ, ਬਾਬਾ, ਬਾਪੂ ਤੇ ਬੱਚਾ। ਜਾਂ ਤਾਂ ਸੰਸਥਾਵਾਂ ਇਹ ਜਾਂ ਬਣ, ਮੰਨ ਲਓ ਹੁਣ ਤੁਹਾਡੇ ਅਮਰੀਕਾ 'ਚ ਇੱਕ ਐਸੀ ਸੰਸਥਾ ਬਣੀ ਜਿਹੜੀ ਇਹ ਸਾਰੇ ਨੌਜਵਾਨ ਕਲਾਕਾਰ ਆ, ਜਿਹੜੇ ਵੀ ਕਲਾਕਾਰ ਉਹਨਾਂ ਨੂੰ ਚੰਗੇ ਲੱਗਦੇ ਆ, ਉਹਨਾਂ ਨੂੰ ਇਹ ਅਪੀਲ ਕਰਨ ਵੀ ਸਾਨੂੰ ਭਵਿੱਖ 'ਚ ਏਦਾਂ ਦੇ ਵੀ 4 ਗਾਣੇ ਚਾਹੀਦੇ ਆ। ਜਿਹੜੇ ਆਰਟਿਸਟ ਏਦਾਂ ਦੇ ਅੱਛੇ ਗਾਣੇ ਗਾਉਣਗੇ, ਅਸੀਂ ਭਾਈ ਤੁਹਾਡਾ ਸ਼ੋਅ ਕਰਾਵਾਂਗੇ। ਸ਼ਾਇਦ ਇਸੇ ਚੱਕਰ 'ਚ ਬਹੁਤ ਬੰਦੇ ਵੀ ਗਾ ਜਾਣ ਵੀ ਚਲੋ ਅਸੀਂ ਪ੍ਰਦੇਸ਼ ਜਾਵਾਂਗੇ। ਸੋ ਸਭ ਦਾ ਖਾਬ ਵੀ ਹੁੰਦਾ। ਸੋ ਜਦ ਤੱਕ ਇਹ 3 ਜਨਰੇਸ਼ਨਾਂ ਨੂੰ ਸਾਹਮਣੇ ਰੱਖ ਕੇ ਨਹੀਂ ਗਾਣੇ ਬਣਦੇ ਤਾਂ ਕਈ ਵਾਰੀ ਇੱਕ ਵਰਗ ਨੂੰ ਪਸੰਦ ਹੁੰਦਾ, ਦੂਜੇ ਨਹੀਂ ਹੁੰਦਾ। ਹੁਣ ਜਿਹੜਾ ਬਾਬੇ ਦਾ ਥਾਟ ਆ ਪੋਤੇ ਦਾ ਹੈ ਨਹੀਂ, ਪਿਓ ਦਾ ਡਿਫਰੈਂਟ ਥਾਟ ਹੈ। ਕਿਉਂਕਿ ਤੁਹਾਡੇ 'ਚੋਂ ਬਹੁਤੇ ਮੈਨੂੰ ਲੱਗਦਾ ਆਏ ਆ 90 ਤੋਂ ਬਾਅਦ ਵਾਲੇ ਜਿਹੜੇ ਆਏ ਆ ਇੱਥੇ, ਕੁਛ ਹਾਲਾਤਾਂ ਦੇ ਮਾਰੇ ਆਏ ਆ, ਕੁਛ ਉਹਨਾਂ ਸਾਲਾਂ 'ਚ ਡੌਂਕੀ ਵੀ ਲੱਗ ਜਾਂਦੀ ਸੀ, ਪੁਲਿਸ ਦਾ ਤਸ਼ੱਦਦ ਇੰਨਾ ਸੀ, ਹਰ ਬੰਦਾ ਉਦੋਂ ਵੀ ਬਾਹਰ ਨੂੰ ਭੱਜਦਾ ਸੀ। ਸੋ ਤੁਹਾਡਾ ਵਿਜ਼ਨ ਹੋਰ ਹੈ। ਜਿਹੜਾ ਬੱਚਾ ਹੁਣ 2012-16 'ਚ ਜੰਮਿਆ ਉਹ ਹੋਰ ਤਰ੍ਹਾਂ ਸੋਚੂਗਾ।
ਸੋ ਇਹ ਜਿਵੇਂ ਕਹਿੰਦੇ ਨਾ ਇੱਕ ਸਿਵਲ ਸੁਸਾਇਟੀ ਬਣਨੀ ਚਾਹੀਦੀ ਹੈ ਹਰ ਸ਼ਹਿਰ 'ਚ, ਜਿੱਥੇ ਵਿਚਾਰਿਆ ਜਾਵੇ ਕਿ ਸਾਡਾ ਉਹ ਮੈਂ ਚੀਨੀਆਂ ਦੇ ਸਟੋਰ ਦੇਖਦਾ, ਉਹ ਚਾਈਨੀਜ਼ ਉੱਪਰ ਲਿਖੀ ਹੁੰਦੀ ਉਹਨਾਂ ਨੇ ਕੈਨੇਡਾ ਅਮਰੀਕਾ 'ਚ, ਤੇ ਸਾਡੇ ਵਾਲੇ ਢਾਬੇ ਤੇ ਨਹੀਂ ਕਈ ਵਾਰੀ ਹੁੰਦੇ ਹੀ ਨਹੀਂ। ਸੋ ਇਸ ਕਰਕੇ ਕਈ ਚੀਜ਼ਾਂ ਦਾ ਸੁਮੇਲ ਹੈ। ਇਹ ਇਕੱਲਾ ਬੰਦਾ ਇਕੱਲਾ ਗਾਇਕ ਵੀ ਨਹੀਂ ਕੁਝ ਕਰ ਸਕਦਾ, ਸੁਣਨ ਵਾਲਾ ਤੇ ਸਾਰਾ ਕੁਝ ਡਿਪੈਂਡ ਕਰਦਾ। ਹਾਂਜੀ ਮਾਨ ਸਾਹਿਬ, ਕੀ ਬੱਬੂ ਮਾਨ ਨੂੰ ਕੋਈ ਰੋਸ਼ਨੀ ਦੀ ਕਿਰਨ ਨਜ਼ਰ ਆ ਰਹੀ ਹੈ? NRI ਬੇਤਾਬਲੇ ਨੇ ਵੀ ਪੰਜਾਬ 'ਚ ਕੁਝ ਹੋਣਾ ਚਾਹੀਦਾ ਹੈ। ਤੁਹਾਨੂੰ ਨਵੀਂ ਸਰਕਾਰ ਜਿਹੜੀ ਬਣੀ ਹੈ ਉਹਦੇ ਤੋਂ ਜਾਂ ਸਿਸਟਮ ਤੋਂ ਭਵਿੱਖ ਦੇ ਵਿੱਚ ਕੋਈ ਤੁਹਾਨੂੰ ਕਿਰਨ ਨਜ਼ਰ ਆ ਰਹੀ ਹੈ? ਦੇਖੋ ਮੇਰੀ ਤਾਂ ਬਦਕਿਸਮਤੀ ਹੈ, ਮੈਂ ਤਾਂ ਆਪੋਜੀਸ਼ਨ ਵਾਲਾ ਬੰਦਾ ਹਾਂ। ਜਦੋਂ ਮੈਂ ਨਵਾਂ ਗਾਉਣ ਲੱਗਿਆ ਉਦੋਂ ਅਸੀਂ ਹਵਾएं ਬਣਾਈ ਸੀ ਜੀ, ਉਦੋਂ ਦੂਜੀ ਸਰਕਾਰ ਸੀ, ਉਦੋਂ ਸ਼ਾਇਦ ਅਕਾਲੀ ਸਰਕਾਰ ਆਪੋਜੀਸ਼ਨ ਸੀ ਜੀ। ਖੈਰ ਉਹਨਾਂ ਵਕਤਾਂ 'ਚ ਦਿੱਲੀ ਕਮੇਟੀ ਵਾਲਿਆਂ ਨੇ ਸਾਡੀ ਫਿਲਮ ਦੀ ਬਹੁਤ ਉਦੋਂ ਸਾਰਿਆਂ ਨੇ ਰਲ ਕੇ ਸਪੋਰਟ ਵੀ ਕਰੀ, ਔਰ ਸਾਨੂੰ ਕਈ ਜਗ੍ਹਾ ਦਿੱਲੀ ਵੀ ਰੁਕਦੀ ਸੀ ਫਿਲਮ, ਉਹਨਾਂ ਦੀ ਬਦੌਲਤ ਵੀ ਲੱਗੀ ਹੈ। ਫਿਰ ਦੂਜੀ ਸਰਕਾਰ 'ਚ ਵੀ ਮੇਰੇ ਬਹੁਤ ਜਮਾਤੀ ਸੀ, ਫਿਰ ਮੈਂ ਫਿਰ ਆਪੋਜੀਸ਼ਨ ਸੀ। ਹੁਣ ਵੀ ਫਿਰ ਆਪ ਪਤਾ ਨਹੀਂ ਸਾਡੀ ਅਸੀਂ ਪਿੰਡਾਂ ਵਾਲਿਆਂ ਵਾਂਗੂ ਪੁੱਠੇ ਹੀ ਚੱਲਦੇ ਹਾਂ, ਕਿਉਂਕਿ ਸਾਡੀਆਂ ਜਿਹੜੀਆਂ ਮੇਰੀ ਸੋਚਣ ਦਾ ਨਜ਼ਰੀਆ ਉਹ ਥੋੜਾ ਜਿਹਾ ਡਿਫਰੈਂਟ ਹੈ। ਮੈਂ ਸੋਚਦਾ ਮਾਸ ਬਾਰੇ, ਕਿਸਾਨਾਂ ਬਾਰੇ, ਮਜ਼ਦੂਰਾਂ ਬਾਰੇ। ਤੇ ਮੈਂ ਹੁਣ ਥੋੜੇ ਦਿਨ ਪਹਿਲੇ ਇੱਥੇ ਯੂਨੀਅਨ ਵਾਲੇ ਕੁਝ ਸੱਜਣਾਂ ਨੂੰ ਮੈਂ ਸੁਨੇਹਾ ਭੇਜਿਆ ਵੀ ਤੁਸੀਂ ਆਪਾਂ ਫਸਲਾਂ ਲਈ ਲੜ ਕੇ ਆਏ ਆ ਸਾਰੇ, ਹਾਲਾਂਕਿ ਮਜ਼ਦੂਰ ਭਾਈਚਾਰਾ ਜਿੰਨਾ ਕੁ ਜਾ ਸਕੇ ਉਹ ਗਏ ਆ, ਜਿਨ੍ਹਾਂ 'ਚ ਹੈਸੀਅਤ ਸੀ ਹੈ ਨਾ, ਹੁਣ ਸਾਰੇ ਜਾ ਵੀ ਨਹੀਂ ਸਕਦੇ, ਉਹਨਾਂ ਦੇ ਡੇਲੀ ਉਹਨਾਂ ਦੀ ਵੇਜਿਸ ਤੇ ਜਿਹੜਾ ਉਹਨਾਂ ਦਾ ਕੰਮ ਹੈ, ਤੇ ਵੀ ਹੁਣ ਉਹ ਮਜ਼ਦੂਰਾਂ ਦੀ ਦਿਹਾੜੀ ਲਈ ਵੀ ਗੱਲ ਕਰੋ ਤੁਸੀਂ, ਉਹਨਾਂ ਦੀ ਦਿਹਾੜੀ ਵੀ ਤੈਅ ਹੋਵੇ, ਉਹਨਾਂ ਨੂੰ ਵੀ ਭੱਤੇ ਮਿਲਣ, ਸਰਕਾਰ ਵੀ ਆਪਣੇ ਵੱਲੋਂ ਉਹਨਾਂ ਨੂੰ ਸਪੋਰਟ ਕਰੇ, ਕਿਉਂਕਿ ਜਦ ਤੱਕ ਇਹ ਦੋ ਵਰਗ ਇਕੱਠੇ ਹੋ ਕੇ ਨਹੀਂ ਨਾ ਤੁਰਦੇ ਉਦੋਂ ਤੱਕ ਫਿਰ ਬਹੁਤ ਪਾੜਾ ਹੈ ਸਮਾਜ 'ਚ। ਇਹ ਦੋ ਵਰਗ ਇਕੱਠੇ ਹੋਣ ਦੀ ਕੋਈ ਚਾਂਸ ਹੈਗੇ ਆ ਭਗਵੰਤ ਮਾਨ ਦੀ ਸਰਕਾਰ ਤੋਂ, ਜਾਂ ਇਹ ਵੀ ਇੱਕ ਟਿਪੀਕਲ ਇਹਦੇ ਸਰਕਾਰੀ ਬਾਰੇ ਹੁਣ ਮੈਂ ਕੀ ਕਹਿ ਸਕਦਾ, ਹਾਊ ਦੇ ਥਿੰਕ ਉਹਨਾਂ ਦਾ ਅਸਲ 'ਚ ਪਾਰਟੀ ਦੀ ਵਿਚਾਰਧਾਰਾ ਕਿਸ ਤਰ੍ਹਾਂ ਚੱਲੂਗੀ ਅੱਗੇ, ਅਜੇ ਤਾਂ ਨਵੀਂ ਹੈ। ਇਹ ਤਾਂ ਮੈਂ ਵੀ ਪਰਸਨਲੀ ਸਾਰਿਆਂ ਨੂੰ ਇਹੀ ਸੁਝਾਅ ਦਿੰਦਾ ਹੁੰਦਾ ਸੀ, ਤੇ ਹੁਣ ਵੀ ਮੈਂ ਦਿੰਦਾ ਵੀ ਥੋੜਾ ਜਿਹਾ ਵਕਤ ਦੇਖ ਲਓ, 6 ਮਹੀਨੇ ਤਾਂ ਆਪਾਂ ਨੂੰ ਵੇਖਣਾ ਹੀ ਪਊਗਾ ਨਾ। ਜਦੋਂ ਨਵਾਂ ਕੋਈ ਸ਼ਾਸਕ ਆਉਂਦਾ ਉਹਨੂੰ ਕੁਝ ਵਕਤ ਦੇਣਾ ਚਾਹੀਦਾ, ਆਪਾਂ ਨੂੰ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਵੈਸੇ ਤਾਂ ਅਸੀਂ 90 ਦਿਨ ਬਾਅਦ ਗਾਲ ਕੱਢ ਦਿੰਦੇ ਆ ਵੀ ਬਸ ਇਹ ਤਾਂ ਐਵੇਂ ਆ, ਸਾਨੂੰ 6 ਮਹੀਨੇ ਵਾਚ ਕਰੀਏ, ਰੈਵਨਿਊ ਕਿਸ ਤਰ੍ਹਾਂ ਜਨਰੇਟ ਕਰਦੇ ਆ। ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡੀ ਪਰਸਨੈਲਿਟੀ ਤੇ ਭਗਵੰਤ ਮਾਨ ਦੀ ਪਰਸਨੈਲਿਟੀ ਇੱਕੋ ਜਿਹੀ ਹੈ? ਉਹਨੇ ਵੀ ਆਪਣੀ ਕਮੇਟੀ ਸ਼ੋਆਂ 'ਚ ਸਰਕਾਰ ਦੀ ਬੇਇਨਸਾਫੀ ਦੇ ਖਿਲਾਫ ਹੀ ਲੜਿਆ ਹਮੇਸ਼ਾ। ਤੁਸੀਂ ਹੁਣੇ ਕਹਿ ਕੇ ਹਟੇ ਹੋ ਵੀ ਤੁਹਾਡਾ ਵੀ ਆਪੋਜੀਸ਼ਨ 'ਚ ਰਹਿਣ ਨੂੰ ਦਿਲ ਕਰਦਾ ਹੈ, ਤੁਹਾਡਾ ਭਾਵ ਇਹ ਹੈ ਵੀ ਤੁਸੀਂ ਅਤਿਆਚਾਰ ਬੇਇਨਸਾਫੀ ਦੇ ਖਿਲਾਫ ਲੜਦੇ ਹੋ, ਜੀ, ਚਾਹੇ ਉਹ ਕੋਈ ਵੀ ਕਰੇ। ਦੇਖੋ ਗੁਰੂ ਸਾਹਿਬ ਦਾ ਫਲਸਫਾ ਤਾਂ ਇਹੀ ਹੈ ਵੀ ਆਪ ਦਾ ਟੁੱਕ ਖਾਣ ਤੋਂ ਪਹਿਲਾਂ ਸਾਹਮਣੇ ਵਾਲਿਆਂ ਨੂੰ ਦੇਖੋ ਵੀ ਉਹਦੇ ਢਿੱਡ 'ਚ ਜਾਂਦਾ, ਤੇ ਜੇ ਤੁਹਾਡੇ 'ਚ ਇਸ ਤਰ੍ਹਾਂ ਦਾ ਦਰਦ ਹੈ ਫਿਰ ਤੁਸੀਂ, ਮੈਨੂੰ ਲੱਗਦਾ ਕਿ ਦੇਖੋ ਸਿਆਸਤ ਦੇ ਦੋ ਤਰੀਕੇ ਆ, ਸਟੇਟਾਂ ਕੋਲ ਅਧਿਕਾਰ ਹੈ ਨਹੀਂ ਇੰਨੇ, ਮੇਰਾ ਤਰਕ ਤਾਂ ਇਹ ਹੈ, ਬਾਕੀ ਤੁਹਾਡਾ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਸੋਚਦੇ। ਸਟੇਟਾਂ ਕੋਲ ਹੈ ਹੀ ਨਹੀਂ ਕੁਝ ਵੀ ਜਿਹੜਾ ਉਹ ਆਪਣੇ ਪੱਧਰ ਤੇ ਕਿੰਨੇ ਕੁ ਡਿਸੀਜਨ ਲੈ ਦੇਣਗੇ। ਜੇ ਫੂਡ ਖਰੀਦਣਾ ਤਾਂ ਸੈਂਟਰ ਦੀ ਨੀਤੀ ਹੈ, ਜੇ ਟੈਕਸ ਚੱਕਣਾ ਤਾਂ ਸੈਂਟਰ ਲੈ ਜਾਂਦਾ, ਪਹਿਲਾਂ ਉਹ ਲੈ ਕੇ ਜਾਣਗੇ ਫਿਰ ਤੁਹਾਨੂੰ ਵਾਪਸ ਦੇਣਗੇ, ਉਹਨਾਂ ਦੀ ਮਰਜ਼ੀ ਹੈ ਦੇਣਾ ਕਿ ਨਹੀਂ। ਜਾਂ ਸ਼ਾਸਕ ਮਮਤਾ ਬੈਨਰਜੀ ਵਰਗਾ ਚਾਹੀਦਾ ਫਿਰ ਜਿਹੜਾ ਅੜ ਜੇ ਜਮੇ, ਉਹ ਇਹ ਸ਼ਾਸਕ ਤੇ ਡਿਪੈਂਡ ਕਰਦਾ। ਤੁਸੀਂ ਜਿਹੜੀ ਸਰਕਾਰ ਆ ਅਸੀਂ ਚੁਣਦੇ ਆ ਜਾਂ ਸਾਡੇ ਲੋਕ ਚੁਣਦੇ ਆ, ਉਹ ਜਿਹੜੇ ਸਾਡੇ ਚੁਣਨ ਵਾਲੇ ਆ ਉਹ ਕਿਸ ਤਰ੍ਹਾਂ ਦੀ ਜ਼ਰੂਰਤ ਰੱਖਦੇ ਆ। ਫਿਲਹਾਲ ਤਾਂ ਕਰਪਸ਼ਨ 'ਚ ਉਹਨਾਂ ਨੇ ਅਜੇ ਅੱਛਾ ਕੰਮ ਕਰ ਰਹੇ ਆ ਉਹ, ਔਰ ਅਜੇ ਵੀ ਬਹੁਤ ਬੜੀਆਂ ਮੱਛੀਆਂ ਜਿਹੜੀਆਂ ਸਿੱਟਣ ਵਾਲੀਆਂ, ਅਜੇ ਤਾਂ ਛੋਟੀਆਂ ਫੜ ਹੋ ਰਹੀਆਂ, ਵੱਡੀਆਂ ਆ ਜਾਣਗੀਆਂ ਤਾਂ ਅੱਛਾ, 2-4 ਜਦੋਂ ਵੱਡੇ ਥੰਮ ਫੜੇ ਜਾਣਗੇ ਤਾਂ ਸ਼ਾਇਦ ਫਰਕ ਪੈ ਜੇ, ਪਰ ਇਹ ਨਾ ਹੋ ਜਾਵੇ ਕਿਤੇ ਇਹ ਸਾਰੀਆਂ ਚੀਜ਼ਾਂ ਕਾਗਜ਼ੀ ਰਹਿ ਜਾਣ, ਸਿਰਫ ਇਸ਼ਤਿਹਾਰੀ ਰਹਿ ਜਾਣ। ਗਰਾਊਂਡ ਪੱਧਰ ਤੇ ਕੰਮ ਹੋਊਗਾ ਤਾਂ ਜਾ ਕੇ ਕੁਝ ਬਣੂਗਾ। ਮਾਨ ਸਾਹਿਬ, ਤੁਹਾਨੂੰ ਲੱਗਦਾ ਵੀ ਲੋਕ ਭਗਵੰਤ ਮਾਨ ਨੂੰ ਪਿੱਛੇ ਮੁੜਨ ਦੇ ਦੇਣਗੇ? He don't have a choice, only one way left. ਦੇਖੋ ਜਦੋਂ ਕੋਈ ਸਰਕਾਰ ਬਣਦੀ ਹੈ ਉਹਦੀ ਤਮੰਨਾ ਹੁੰਦੀ ਹੈ ਮੈਂ 5 ਸਾਲ ਬਾਅਦ ਫੇਰ ਅੱਗੇ ਰਾਜ ਕਰਾਂ, ਇਹ ਤਮੰਨਾ ਲੈ ਕੇ ਹਰ ਪਾਰਟੀ ਆਉਂਦੀ ਹੈ, ਪਹਿਲਾਂ ਅਕਾਲੀ ਆਏ ਸੀ, ਫਿਰ ਕਾਂਗਰਸ ਆਈ ਸੀ, ਪਰ ਉਹ ਅਗਲੇ 5 ਸਾਲ ਤਾਂ ਹੀ ਨਿਰਭਰ ਇਸੇ ਚੀਜ਼ ਤੇ ਕਰਦੇ ਆ ਜੀ ਆਹ 5 ਸਾਲਾਂ ਦੀ ਕਾਰਗੁਜ਼ਾਰੀ ਅੱਛੀ ਹੋਊਗੀ। ਇਹ ਹੁਣ ਉਹਨਾਂ ਨੇ ਦੇਖਣਾ ਉਹਨਾਂ ਕੋਲ ਪਾਵਰਾਂ ਕੀ ਹੈ। ਦੇਖੋ ਮੈਨੂੰ ਐ ਲੱਗਦਾ ਜਿਹੜਾ ਜੂਝਦਾ ਪੰਜਾਬ 'ਚ ਸਾਡੇ ਬੁੱਧੀਜੀਵ ਵਰਗ ਅਸੀਂ ਜਦੋਂ ਵਿਚਾਰ ਕਰਦੇ ਆ ਤਾਂ ਉਹਦੇ 'ਚ 2-3 ਤਰ੍ਹਾਂ ਨਾਲ ਸਟੇਟ ਨਾਲ ਤੁਹਾਡਾ ਕੁਝ ਚੀਜ਼ਾਂ ਤੁਹਾਨੂੰ ਪਿਆਰ ਨਾਲ ਵਿਚਾਰ ਕੇ ਲੈਣੀਆਂ ਪੈਣਗੀਆਂ, ਕੁਝ ਚੀਜ਼ਾਂ ਕਾਨੂੰਨ ਦੇ ਰਸਤੇ ਵੀ ਲੈਣੀਆਂ ਪੈਣਗੀਆਂ।
ਤੋ ਜਦ ਤੱਕ ਤੁਸੀਂ ਅੱਖ ਚੱਖ ਪਾ ਕੇ ਨਹੀਂ ਦੇਖਦੇ ਸੈਂਟਰ ਦੇ, ਜਦ ਤੱਕ ਤੁਹਾਨੂੰ ਬਹੁਤ ਚੀਜ਼ਾਂ ਨਹੀਂ ਮਿਲਣੀਆਂ। ਹਾਂ, ਉਹ ਤਾਂ ਡਿਪੈਂਡੈਂਟ ਹੋ ਗਏ। ਅਜੇ ਦੇਖੋ, ਅਜੇ ਥੋੜਾ ਜਿਹਾ ਵੇਟ ਕਰ ਲਓ, ਦੋ ਕੁ ਮਹੀਨੇ ਹਜੇ ਫਿਰ ਆਪਾਂ- ਆਖਰੀ ਸਵਾਲ ਹੈ ਕਿ ਬੱਬੂ ਮਾਨ ਬੜੀ ਵੱਡੀ ਲੱਗੀ ਹੋਈ ਹੈ ਪੰਜਾਬੀ ਫਿਲਮਾਂ ਦੀ ਅੱਜ ਕੱਲ੍ਹ, ਹਫ਼ਤੇ 'ਚ 2 3 ਆ ਰਹੀਆਂ ਨੇ, ਕਿ ਹਵਾएं ਜਾਂ ਹਸ਼ਰ ਕੋਈ ਮੁੜ ਕੇ ਆ ਰਹੀ ਹੈ? ਹਵਾएं ਲਿਖ ਲੀजिए ਅਸੀਂ, ਹਵਾएं ਦੋ। ਹਵਾएं ਦੋ, ਹਾਂਜੀ। ਤੇ ਬਸ ਹੁਣ ਕਰ ਦਾਂਗੇ ਸ਼ੁਰੂ। ਪਹਿਲਾਂ ਕਰੋਨਾ ਕਰਕੇ ਉਦੋਂ ਵਿਚਾਰ ਬਣਾਇਆ ਸੀ, ਫਿਰ ਕਰੋਨਾ ਕਰਕੇ ਸਾਰਾ ਕੰਮ ਹੀ ਖੱਬੇ ਸੱਜੇ ਹੋ ਗਿਆ। ਤੇ ਇੱਕ ਫਿਲਮ ਸੁੱਚਾ ਸੂਰਮਾ ਉਹ ਵੀ ਤਿਆਰ ਹੈ, ਤੇ ਹਸ਼ਰ ਦੀ ਵੀ ਕਹਾਣੀ ਆਲਮੋਸਟ ਨੇੜੇ ਜਿਹੀ ਲਿਖ ਲਈ, ਉਹ ਬਣਾਵਾਂਗੇ। ਥੈਂਕ ਯੂ। ਤੇ ਹਾਂ, ਸੈਕਰਾਮੈਂਟੋ ਥੋੜਾ ਜਿਹਾ ਅੱਗੇ ਕਰਨਾ ਪਊਗਾ ਕਿਉਂਕਿ ਉਹ ਸੈਕਰਾਮੈਂਟ ਦੇ ਸ਼ੋਅ ਹਾਂ। ਦੱਸਿਆ ਪਹਿਲਾਂ। ਤੇ ਰਮਨ ਭਾਜੀ ਬਹੁਤ ਬਹੁਤ ਧੰਨਵਾਦ। ਹਾਂ, ਤੁਸੀਂ- ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਕੈਲੀਫੋਰਨੀਆ ਧਰਤੀ ਤੇ, ਕਿ ਤੁਸੀਂ ਆਏ ਇੱਥੇ ਸ਼ੋਅ ਆ ਤੁਹਾਡੇ। ਅਸੀਂ ਪ੍ਰੈਜ਼ੀਡੈਂਟ ਅੰਮ੍ਰਿਤਸਰ ਕਲੱਬ ਆਪਣੇ ਵੱਡੇ ਵੀਰ ਰਮਨ ਸਿੱਧੂ ਨਾਲ ਰਲ ਕੇ ਤੁਹਾਡਾ ਪ੍ਰੈਜ਼ੀਡੈਂਟ ਸ਼ੋਅ ਕਰਾ ਰਹੇ ਹਾਂ। ਜੀ ਜੀ। ਤੇ ਮੈਂ ਇਹ ਮੇਰਾ ਕੁਐਸਚਨ ਇਹ ਹੈ ਕਿ ਪਿਛਲੇ ਕਾਫੀ ਸਾਲਾਂ ਤੁਸੀਂ ਆਉਂਦੇ ਰਹੇ, ਕੈਨੇਡਾ, ਅਮਰੀਕਾ, ਸਾਰੇ ਥਾਂ ਸ਼ੋਅ ਕਰਦੇ ਰਹੇ, ਪਰ ਜਿੱਦਾਂ ਕਿ ਹੁਣ ਆਪਣੇ ਸਾਰੇ ਇਹਨਾਂ ਕੰਟਰੀਆਂ 'ਚ ਆਪਣੀ ਕਮਿਊਨਿਟੀ ਕਾਫੀ ਵੱਧ ਚੁੱਕੀ ਹੈ, ਤੁਸੀਂ ਫਰਕ ਵੇਖਿਆ ਹੁਣ ਐਰਕਾ ਤੁਹਾਨੂੰ ਕੈਨੇਡਾ ਸ਼ੋਅ ਕਰਕੇ ਤੇ ਅਮਰੀਕਾ ਹੁਣ ਤੁਹਾਡੇ ਜਿਹੜੇ ਸ਼ੋਅ ਹੈ, ਕੁਝ ਫਰਕ ਲੱਗਾ ਕਿ ਆਪਣੀ ਕਮਿਊਨਿਟੀ ਅੱਗੇ ਰਹੋ? ਨਹੀਂ, ਕੈਨੇਡਾ ਤਾਂ ਬਹੁਤ, ਦੇਖੋ ਕੈਨੇਡਾ ਤਾਂ ਦੁਨੀਆ ਦੇ ਸਭ ਤੋਂ ਵੱਡੇ ਹਾਲ ਆ, ਉਹ ਤਾਂ ਬਣ ਗਏ ਹੁਣ। ਹਾਂਜੀ। ਕੈਨੇਡਾ ਤਾਂ ਵੈਨਕੂਵਰ ਔਰ ਆਪਣਾ ਟੋਰਾਂਟੋ, ਉਹ ਇਹ ਤੋਂ ਬਾਅਦ ਜੇ ਵੱਡੇ ਹਾਲ ਆਉਣਗੇ ਤਾਂ ਫਿਰ ਮੈਲਬੌਰਨ ਬਣ ਜਾਂਦਾ ਹੈ, ਵੀ ਆ ਸਿਡਨੀ। ਤੁਹਾਨੂੰ ਤੁਹਾਡੀ ਆਡੀਅנס ਅਮਰੀਕਾ ਦਾ ਇਹੀ ਹੈ ਨਾ ਵੀ ਤੁਹਾਡੇ ਮੈਂ ਮੈਂ ਪੜ੍ਹਿਆ ਇਹ ਇੱਥੇ ਜਿੱਦਾਂ ਹੁਣ ਨਿਊਯਾਰਕ ਸ਼ੋਅ ਹੁੰਦਾ, ਫਿਰ ਨਿਊ ਜਰਸੀ ਹੁੰਦਾ। ਨਿਊਯਾਰਕ ਵਾਲੇ ਨਿਊ ਜਰਸੀ ਨਹੀਂ ਜਾਂਦੇ, ਨਿਊ ਜਰਸੀ ਵਾਲੇ ਉਧਰ ਨਹੀਂ ਜਾਂਦੇ। ਇੱਥੇ ਜਿੱਦੇ ਹੁਣ ਇੱਥੇ ਸ਼ੋਅ ਇੱਥੋਂ 4 ਘੰਟੇ ਡਰਾਈਵ ਤੇ ਨਹੀਂ ਜਾਂਦੇ। ਇਹਨਾਂ ਦਾ ਵੱਡਾ ਰੂਪ ਤਾਂ ਹੀ ਹੋ ਸਕਦਾ ਜੇ 3 ਦੀ ਜਗ੍ਹਾ ਇੱਕੋ ਸ਼ੋਅ ਹੋਵੇ, ਨਹੀਂ ਫਿਰ ਉਹ ਵੰਡੇ ਜਾਂਦੇ ਸਾਰੇ। ਕਾਫੀ ਕਮਿਊਨਿਟੀ ਆ, ਜਿੱਦਾਂ ਕੈਲੀਫੋਰਨੀਆ ਵਿੱਚ ਹਰ ਸਿਟੀ 'ਚ 10,000 ਤੋਂ ਪਲੱਸ ਹੈ, ਜਿੱਦਾਂ ਬੇਕਰਫੀਲਡ ਵੀ ਕਾਫੀ ਪੰਜਾਬੀ ਕਮਿਊਨਿਟੀ ਹੈ। ਆ ਡਿਪੈਂਡ ਕਰਦਾ ਹੁਣ, ਬਹੁਤ ਬੰਦਿਆਂ ਦੀ ਮਜਬੂਰੀ ਵੀ ਹੁੰਦੀ ਹੈ, ਕੰਮ ਇਦਾਂ ਦੇ ਉਹਨਾਂ ਦੇ ਉਹ ਆ ਨਹੀਂ ਸਕਦੇ। ਤੇ ਜਿਹੜੀ ਨਵੀਂ ਜਨਰੇਸ਼ਨ ਹੈ ਇਹ ਜ਼ਿਆਦਾ ਮਤਲਬ ਮੇਲਿਆਂ ਨੂੰ, ਸ਼ੋਆਂ ਨੂੰ, ਈਵਨ ਫਿਲਮਾਂ ਨੂੰ। ਮੇਰਾ ਕੁਐਸਚਨ ਇਹ ਹੋਈ ਕਿ ਫਰਕ ਉਹਦਾ ਸਟੂਡੈਂਟ ਇੱਥੇ ਤੁਹਾਡੇ ਸਟੂਡੈਂਟ ਅਜੇ ਉਨੇ ਨਹੀਂ ਹੈ, ਕੈਨੇਡਾ ਬਹੁਤ ਹੈ। ਕੈਨੇਡਾ ਤਾਂ ਫਿਰ ਸਟੂਡੈਂਟ ਸਭ ਤੋਂ ਪਹਿਲਾਂ ਸਟੂਡੈਂਟ ਹੀ ਇੱਥੇ ਟਿਕ ਬਹੁਤੇ ਬਾਰਡਰ ਵਾਲੀ ਹੈ ਜੀ। ਇੱਥੇ ਬਹੁਤੇ ਬਾਰਡਰ ਵਾਲੀ ਬਾਰਡਰ ਟੱਪ ਗਏ। ਚਲੋ ਭਾਗਾਂ ਵਾਲੇ ਉਹ ਆ ਤਾਂ ਗਏ। ਭਾਜੀ ਮੈਂ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਸ਼ੋਆਂ ਬਾਰੇ ਫਿਰ ਗੱਲ ਕਰ ਲਈਏ, ਕਿਉਂ ਤੁਸੀਂ ਇਹ ਸਵਾਲ ਪੁੱਛਦਾ ਜੀ, ਤੇ ਜ਼ਰੂਰ ਸਾਰੇ ਸ਼ੋਆਂ ਦੀ ਜਾਣਕਾਰੀ ਜੀ ਸਾਰਿਆਂ ਦੀ। ਮੇਰਾ ਸਵਾਲ ਹੈ ਫੋਨ ਤੇ ਹਾਂਜੀ। ਫੋਨ ਤੇ ਖੋਲ ਕਰ ਲਓ, ਡਿਟੇਲ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਤੇਰੇ ਪ੍ਰੋਗਰਾਮ ਦਾ। ਧੰਨਵਾਦ ਜੀ, ਧੰਨਵਾਦ। ਕੁਐਸਚਨ ਹੈ ਵੀ ਇਹ ਤੁਹਾਡੇ ਪ੍ਰਵੀਨ ਜੀ ਦਿੰਦੇ। ਤੁਸੀਂ ਦੇਖਦੇ ਹੋਵੋਗੇ ਜਿਵੇਂ ਕਿ ਉਧਰ ਬੱਚੇ ਬਹੁਤ ਆਏ ਹੋਏ ਆ, ਇੱਧਰ ਨਹੀਂ ਆਏ, ਪਰ ਜਿਹੜੀ ਇੱਥੋਂ ਬੋਰਨ ਜਨਰੇਸ਼ਨ ਹੈਗੀ ਆ ਉਹ ਤੁਹਾਨੂੰ ਕਿੱਦਾਂ ਲੱਗਦਾ ਹੈ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਜਦ ਤੱਕ ਜੇ ਤਾਂ ਉਹ ਭਾਸ਼ਾ ਨਾਲ ਜੁੜੇ ਫਿਰ ਤਾਂ ਉਹ ਸੰਗੀਤ ਨਾਲ ਵੀ ਜੁੜ ਜਾਣਗੇ। ਜੇ ਤੁਸੀਂ ਘਰਾਂ 'ਚ ਪੰਜਾਬੀ ਬੋਲਦੇ ਹੋ, ਬੱਚੇ ਨੂੰ ਪੰਜਾਬੀ ਦੀ ਤਾਲੀਮ ਵੀ ਹੁਣ ਜੇ ਬੱਚਾ ਤੁਹਾਡਾ ਜੇ ਉਹਦੀ ਸੰਗਤ ਗੋਰਿਆਂ ਦੀ ਯਾਰ ਉਹ ਦੂਜਿਆਂ ਦੀ ਹੋ ਗਈ, ਬਾਕੀ ਜਿਹੜੇ ਸਾਡੇ ਭਰਾ ਹੋਰ, ਤਾਂ ਫਿਰ ਉਹਨਾਂ ਦਾ ਭਾਸ਼ਾ ਪ੍ਰਤੀ ਵੀ ਪਿਆਰ ਨਹੀਂ ਰਹਿੰਦਾ, ਫਿਰ ਉਹ ਸੰਗੀਤ ਵੀ ਦੂਜਾ ਸੁਣ ਹਿਪ ਹੌਪ ਤੇ ਪੈ ਜਾਂਦੇ ਆ। ਤੇ ਇੱਕ ਸਮੱਸਿਆ ਦੇਖੀ ਸਾਡੀ ਕਮਿਊਨਿਟੀ ਦੀ, ਚਾਈਨੀਜ਼ ਆਉਂਦੇ ਹੈਗੇ ਆ, ਅਰੇਬੀਅਨ ਆਉਂਦੇ ਆ, ਹਾਂ। ਜਦੋਂ ਸਟੂਡੈਂਟ ਆਪਸ ਵਿੱਚ ਮਿਲਦੇ ਆ, ਮਤਲਬ ਇੱਧਰ ਦੇ ਬੋਰਨ ਵੀ ਉਹ ਆਪਦੀ ਭਾਸ਼ਾ ਦੀ ਗੱਲ ਕਰਦੇ ਆਹ ਸਭ ਤੋਂ ਵੱਡੀ ਪਰ ਸਾਡੇ ਬੱਚਿਆਂ ਦੀ ਇਹ ਪ੍ਰੋਬਲਮ ਆ, ਹੁੰਦੇ ਆ ਇਕੱਠੇ ਸਾਡੇ ਬੱਚੇ, ਪਰ ਉਹ ਇੰਗਲਿਸ਼ ਦੇ ਵਿੱਚ ਹੀ ਗੱਲ ਕਰਦੇ ਆ, ਪੰਜਾਬੀ ਨੂੰ ਪਤਾ ਨਹੀਂ। ਉਹ ਫਿਰ ਉਹ ਜਦੋਂ ਛੋਟਾ ਬੱਚਾ ਉਦੋਂ ਤੁਹਾਨੂੰ ਉਹਨੂੰ ਵਰਜਣਾ ਪਊਗਾ, ਉਹਨੂੰ ਸਮਝਾਉਣਾ ਪਊਗਾ। ਜਦ ਤੱਕ ਉਹਨੂੰ ਸਮਝਾਉਣ ਦਾ ਇੱਕ ਮੈਂ ਤਰੀਕਾ ਐਗਜ਼ਾਮਪਲ ਦਿੰਦਾ ਵੀ ਜਦੋਂ ਅਸੀਂ ਇੰਡੀਆ ਦੇ ਵਿੱਚ ਅੰਗਰੇਜ਼ੀ ਸਿੱਖਦੇ ਸੀਗੇ, ਅੰਗਰੇਜ਼ੀ ਸਾਨੂੰ ਪੰਜਾਬੀ ਰਾਹੀਂ ਸਿਖਾਈ ਜਾਂਦੀ ਸੀ। ਇੱਥੇ ਵੀ ਉਹ ਗੱਲ ਉਲਟ ਆ, ਇੱਥੇ ਹੁਣ ਮਤਲਬ ਜਿਹੜੀ ਪੰਜਾਬੀ ਸਿਖਾਈ ਜਾਂਦੀ ਉਹ ਅੰਗਰੇਜ਼ੀ ਰਾਹੀਂ ਸਿਖਾਈ ਜਾਂਦੀ ਹੈ। ਹਾਂ, ਉਹ ਗੱਲ ਸੀ। ਜਦੋਂ ਕਦੇ ਮੈਂ ਟੀਚਰ ਨਾਲ ਗੱਲ ਕਰੀਦੀ ਆ, ਉਹ ਟੀਚਰ ਵੀ ਮਤਲਬ ਗੱਲ ਕਰਦਾ ਤੁਹਾਡੇ ਨਾਲ ਇੰਗਲਿਸ਼ ਦੇ ਵਿੱਚ, ਉਹ ਕਹਿੰਦੇ ਸਵਾਲ ਉੱਠਦਾ ਹੈਗਾ ਵੀ ਅਸੀਂ ਤਾਂ ਬੱਚਾ ਭੇਜਿਆ ਪੰਜਾਬੀ ਪੜ੍ਹਾਉਣ ਲਈ, ਤੇ ਤੁਸੀਂ ਤਾਂ ਆਪ ਹੀ ਇੰਗਲਿਸ਼ ਬੋਲੀ ਜਾਂਦੇ ਬੱਚਿਆਂ ਨੂੰ, ਕਿ ਉਹ ਫਿਰ ਕਹਿੰਦੇ ਵੀ ਸਾਡੀ ਮਜਬੂਰੀ ਆ, ਅੰਗਰੇਜ਼ੀ ਤੋਂ ਬਿਨਾਂ ਬੱਚੇ ਸਮਝ ਨਹੀਂ ਸਕਦੇ। ਉਹਦੀ ਮੈਨੂੰ ਵਜ੍ਹਾ ਇਹ ਲੱਗਦੀ ਹੈ, ਦੇਖੋ ਜਿਹੜੇ ਹਿੰਦੀ ਲੈਂਗੁਏਜ ਨੂੰ ਪਿਆਰ ਕਰਦੇ ਆ, ਜਿਹੜੇ ਹਿੰਦੀ ਲੈਂਗੁਏਜ ਨੂੰ ਫੈਲਾਉਣ ਲੱਗੇ ਆ, ਉਹ ਤੁਹਾਡੇ ਈਵਨ ਇਹਨਾਂ ਕੰਟਰੀਆਂ 'ਚ ਵੀ 200-400 ਮਿਲੀਅਨ ਉਹਦੀ ਫੰਡਿੰਗ ਹੈ ਉਹਨਾਂ ਦੀ, ਤਾਂ ਕਿ ਉਹ ਭਾਸ਼ਾ ਨੂੰ ਦਾ ਪ੍ਰਸਾਰ ਕਰ ਸਕਣ। ਕੀ ਪੰਜਾਬੀ ਲਈ ਇਸ ਤਰ੍ਹਾਂ ਦੀ ਫੰਡਿੰਗ ਦਾ ਇੰਤਜ਼ਾਮ ਹੈਗਾ? ਨਹੀਂ ਹੈਗਾ ਨਾ। ਇਹ ਦੇਖੋ ਭਾਸ਼ਾ ਨੂੰ ਦੂਜਿਆਂ ਮੁਲਕਾਂ 'ਚ ਆ ਕੇ ਜਿਉਂਦਾ ਰੱਖਣਾ ਇਹ ਬਹੁਤ ਵੱਡਾ ਉਪਰਾਲਾ ਹੈ।
ਇਹਦੇ ਲਈ ਤਾਂ ਜਮਾਂ ਹੀ ਜਿਵੇਂ ਕਹਿੰਦਾ ਵੀ ਦਿਨ ਰਾਤ ਇੱਕ ਕਰਨਾ ਪਊਗਾ ਹਰ ਪਰਿਵਾਰ ਚੋਂ ਇੱਕ ਬੰਦੇ ਨੂੰ, ਤਾਂ ਅਗਲੀ ਜਨਰੇਸ਼ਨ ਤੱਕ ਜਾਂਦੀ ਹੈ, ਨਹੀਂ ਉਹ ਛੱਡ ਜਾਣਗੇ। ਪ੍ਰਵੀਨ ਜੀ ਧੰਨਵਾਦ ਕਰਨ ਨਾਲੇ ਪਹਿਲਾਂ ਸਾਰੀ ਸ਼ੋਅ ਬਾਰੇ ਦੱਸ ਦਿਓ ਜੀ, ਜਿਹੜੇ ਦੁਬਾਰਾ ਫਿਰ ਇੱਕ ਵਾਰ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਇਸ ਟਾਈਮ ਦੇਖ ਰਹੇ ਨੇ, ਤੇ ਸ਼ੋਅ ਦੀ ਪੂਰੀ ਡਿਟੇਲ ਦੱਸ ਕੇ ਫਿਰ ਤੁਸੀਂ ਧੰਨਵਾਦ ਕਰੋ ਬੱਬੂ ਮਾਨ ਸਾਹਿਬ ਦਾ ਵੀ ਤੇ ਆਏ ਹੋਏ ਸਾਡੇ ਪ੍ਰਬੰਧਕ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਧੰਨਵਾਦ ਸਭ ਤੋਂ ਪਹਿਲਾਂ ਹੀ ਕਰ ਦਿੰਦਾ ਮੈਂ, ਬਹੁਤ ਓਨਰ ਹੈ ਸਾਡਾ ਕਿ ਮਾਨ ਸਾਹਿਬ ਜਿਹੜੇ ਸਾਡੇ ਇੱਥੇ ਅਮਰੀਕਾ 'ਚ ਆਏ ਸ਼ੋਅ ਕਰਨ ਵਾਸਤੇ, ਇਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਦੀ ਨਾ ਕਦੀ, ਤੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਲਾਈਕ ਆਪਣੇ ਪੰਜਾਬੀ ਜਿਹੜੇ ਪੰਜਾਬੀ ਬੋਲਣ ਵਾਲੇ ਸਾਰਿਆਂ ਨੂੰ ਤੇ ਪੰਜਾਬੀ ਨੂੰ ਵੀ ਹਮੇਸ਼ਾ ਕਹਿੰਦੇ ਰਹਿੰਦੇ ਨਹੀਂ ਜਿਸ ਤਰ੍ਹਾਂ ਮਰਜ਼ੀ ਆਪਾਂ ਲਾਈਕ ਸਪੋਰਟ ਕਰਨੀ ਹੈ ਇਹਨਾਂ ਨੂੰ। ਤੇ ਹੁਣ ਬਾਕੀ ਸ਼ੋਅ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਜਿਸ ਤਰ੍ਹਾਂ ਆਪਣੇ ਰਮਨ ਜੀ ਇਹਨਾਂ ਨੇ ਬਾਈ ਨੇ ਦੱਸ ਦਿੱਤਾ ਕਿ ਸਾਡਾ ਹੁਣ ਲੇਟੈਸਟ ਤੁਹਾਨੂੰ ਪਤਾ ਹੀ ਹੈ ਕਿ 9 ਜੁਲਾਈ ਨੂੰ ਹੈਗਾ ਬੇਕਰਸਫੀਲਡ, ਉਸ ਤੋਂ ਬਾਅਦ 15 ਜੁਲਾਈ ਨੂੰ ਹੈਗਾ ਲਾਸ ਐਂਜਲਸ, ਤੇ 16 ਜੁਲਾਈ ਨੂੰ ਬੇ ਏਰੀਆ, ਤੇ 22 ਜੁਲਾਈ ਨੂੰ ਹੈਗਾ ਆਪਣਾ ਸਿਆਟਲ, 23 ਜੁਲਾਈ ਨੂੰ ਹੈਗਾ ਫ੍ਰਿਜ਼ਨੋ, 30 ਜੁਲਾਈ ਨੂੰ ਨਿਊਯਾਰਕ, ਤੇ 31 ਜੁਲਾਈ ਨੂੰ ਹੈਗਾ ਵਰਜੀਨੀਆ। ਤੇ ਇਹਦੇ ਵਿੱਚ ਇੱਕ ਸ਼ੋਅ ਸੈਕਰਾਮੈਂਟੋ ਦਾ ਅਸੀਂ ਲਾਈਕ ਰੀਸ਼ੈਡਿਊਲ ਕਰਾਂਗੇ, ਤੇ ਉਹਦੀ ਡੇਟ ਜਲਦੀ ਹੀ ਅਨਾਉਂਸ ਕਰ ਦਾਂਗੇ। ਤੇ ਬਾਕੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਣਾ ਮਾਨ ਸਾਹਿਬ ਵੀ ਬਹੁਤ ਪਿਆਰ ਕਰਦੇ ਸਾਰਿਆਂ ਨੂੰ, ਜਿਹੜੇ ਵੀ ਆਪਣੇ ਦਰਸ਼ਕ ਹੈਗੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ, ਸਾਰੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਆ, ਸਾਰੇ ਮਾਨ ਸਾਹਿਬ ਆਪਣੇ ਜਿਹੜੇ ਵੀ ਆਲ ਓਵਰ ਅਮਰੀਕਾ ਸ਼ੋਅਜ਼ ਹੋ ਰਹੇ ਆ, ਸਾਰੇ ਆਓ ਤੇ ਰੌਣਕਾਂ ਲਾਓ। ਤੇ ਇਸ ਦੇ ਨਾਲ ਹੀ ਮਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿ ਸਾਡੇ ਵਿੱਚ ਆਏ, ਇਹਨਾਂ ਨੇ ਸ਼ੋਅ ਉੱਥੇ ਅਮਰੀਕਾ 'ਚ ਸ਼ੋਅ ਕੀਤੇ। ਥੈਂਕ ਯੂ ਸਾਰੇ। ਬੋਲੀ ਜਾਂਦੇ ਜਦੇ ਹੁਣ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ, ਮਾਨ ਸਾਹਿਬ ਖਾਸ ਲੈ ਲੈ ਸਾਡਾ ਕਹਿੰਦਾ ਆ ਲਓ